ਰੀਜ਼ਨ ਕਰ ਸਕੀਏ। ਬਸ ਤੁਸੀਂ ਆਪਣਾ ਜਵਾਬ ਬਾਰ-ਬਾਰ ਦੇ ਦਿੱਤਾ ਕਿ ਇਹਨੂੰ ਡਾਇਰੈਕਟ ਪੜ੍ਹਨਾ ਔਰ ਆਪਣੀ ਅਕਲ ਤੋਂ ਪਰਖਣਾ ਵਾ। ਅਗਰ ਦੇਖੋ ਆਮਿਰ ਸਾਹਿਬ, ਅਗਰ ਥੋੜ੍ਹੀ ਜਿਹੀ ਇਜਾਜ਼ਤ ਦਿਓ ਤਾਂ ਥੋੜ੍ਹਾ ਮੈਂ ਤੱਲਰ ਸਾਹਿਬ ਨੂੰ ਜਿੰਨੀ ਗੱਲ ਸਮਝ ਸਕਿਆ ਤੁਹਾਨੂੰ ਸਮਝਾਉਣ ਦੀ ਕੋਈ ਆਸਾਨ ਅਲਫਾਜ਼ਾਂ 'ਚ ਕੋਸ਼ਿਸ਼ ਕਰ ਸਕਦਾ। ਜੀ ਕਰੋ ਮੈਂ ਸੁਣਾ। ਦੇਖੋ ਜਿਸ ਤਰ੍ਹਾਂ ਅੱਜ ਵੀ ਨਬੂਵਤ ਦੇ ਦਾਅਵੇ ਬਹੁਤ ਸਾਰੇ ਹੋ ਰਹੇ ਨੇ, ਅਸੀਂ ਦੇਖਦੇ ਹਾਂ ਲੋਕ ਨਬੂਵਤ ਦੇ ਦਾਅਵੇ ਕਰਦੇ ਨੇ, ਠੀਕ ਹੈ, ਫਿਰ ਉਹ ਗੱਲਾਂ ਵੀ ਕਰਦੇ ਨੇ ਕਿ ਸਾਨੂੰ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ, ਇਹ ਚੀਜ਼ਾਂ ਮਿਲ ਰਹੀਆਂ ਨੇ, ਮੈਸੇਜ ਮਿਲ ਰਿਹਾ। ਆਖਰ ਅਸੀਂ ਉਹਨੂੰ ਪਰਖਣਾ ਵੀ ਤਾਂ ਹੈ ਨਾ। ਮੁਹੰਮਦ ਰਸੂਲੁੱਲਾਹ ਦੇ ਦੌਰ ਦੇ ਵਿੱਚ ਵੀ ਅਕਸਰੀਅਤ ਉਹਨਾਂ ਨੂੰ ਨਾ ਮੰਨਣ ਵਾਲੀ ਸੀ, ਕਲੀਨ ਉਹਨਾਂ ਨੂੰ ਮੰਨਣ ਵਾਲੇ ਸੀ, ਠੀਕ ਹੈ। ਉਹ ਆਪਣਾ ਪੈਗਾਮ ਉਸ ਦੌਰ ਦੇ ਉਹਦੇ ਵਿੱਚ ਵੀ ਅਕਸਰੀਅਤ ਜਿਹੜੀ ਹੈ ਉਹ ਜਿਹੜੀਆਂ ਗੱਲਾਂ ਕਰ ਰਹੇ ਸੀ ਉਹਨਾਂ ਦੇ ਅਕਲ ਦੇ ਮੁਤਾਬਕ ਨਹੀਂ ਪੂਰੀਆਂ ਉਤਰ ਰਹੀ ਸੀ, ਉਹ ਨਹੀਂ ਮੰਨ ਰਹੇ ਸੀ। ਅੱਜ ਵੀ ਜਿਹੜਾ ਵੀ ਨਬੂਵਤ ਦਾ ਦਾਅਵਾ ਕਰਦਾ ਤੇ ਅਸੀਂ ਉਹਦੀਆਂ ਗੱਲਾਂ ਸੁਣਨੇ ਆ, ਫਿਰ ਉਹਨਾਂ ਗੱਲਾਂ ਦੀਆਂ ਅਸੀਂ ਤਸਦੀਕ ਕਰਦੇ ਹਾਂ। ਜਿਹੜੀ ਕਿਤਾਬ ਦੇ ਵਿੱਚ ਬਾਰ-ਬਾਰ ਆਉਂਦਾ ਨਾ ਕਿ ਮੁਸੱਦਿਕ ਲਿਮਾ ਬੈਨ ਯਦਈ, ਕਿ ਤੁਸੀਂ ਤਸਦੀਕ ਕਰਨੀ ਹੈ ਜੋ ਤੁਹਾਡੇ ਦਰਮਿਆਨ ਹੈ। ਤੇ ਜਦੋਂ ਅਸੀਂ ਤਸਦੀਕ ਕਰਾਂਗੇ ਤੇ ਫਿਰ ਹੀ ਅਸੀਂ ਆਪਣੀ ਅਕਲ ਤੋਂ ਪਰਖ ਪਾਵਾਂਗੇ ਨਾ ਕਿ ਇਹਦੀ ਗੱਲ ਠੀਕ ਹੈ ਜਾਂ ਸਹੀ ਹੈ। ਇਹ ਕਹਿਣਾ ਚਾਹ ਰਹੇ ਤੱਲਰ ਸਾਹਿਬ? केड़ा भैन चोद गुलाम। जी आपने बिल्कुल सही बात फरमाई है, मेरी बात को आप समझ गए हैं। एक बार आपको समझाई है आमिर नज़ीर साहब को, ये मैंने कोई 20-25 बार ये रिपीट कर लफ्ज़ ब लफ्ज़ अलहदा करके समझाई है, लेकिन वो नहीं समझे। ठीक है मलिक साहब, मैं तो पहले ही इतराफ़ कर लिया है कि मेरी अकल घट होएगी, मेरी बेवकूफ़ी होएगी, मैनू गल नहीं समझ आई। अगर उन्होंने समझ आ गई है तो बहुत अच्छी गल है। मैनू बहरहाल अजे तक नहीं समझ आई वो जी कह रहे हैं गल कि बई प्रॉफिट अगर कोई बंदा आके दावा करता भी मैं नबी हाँ तो वो कोई गल बयान करता है। हुण असी इस किताब नूं उहदे कोल लैके जाना है, उहदे कोल समझना है, या अपनी जिहड़ी साडी डिस्क है, मान लो कि करप्ट हुई है डिस्क, जिहड़ी है वो स्पॉयल हुई है, गंदी हुई है, उहदे विच कोई डाटा गलत फीड हो गया। ਹੁਣ ਇਸ ਕਿਤਾਬ ਨੂੰ ਸਮਝਣਾ ਹੈ, ਸਾਨੂੰ ਕਿਸ ਤਰ੍ਹਾਂ ਸਮਝਣਾ ਚਾਹੀਦਾ? ਸਾਨੂੰ ਦੱਸ ਦਿਓ। ਮਤਲਬ ਇੰਝ ਮੰਨ ਲਓ ਕਿ ਮੇਰੀ ਡਿਸਕ ਕਰਪਟ ਹੈ, ਇੰਝ ਸਮਝ ਲਓ ਕਿ ਮੇਰੀ ਡਿਸਕ ਖਾਲੀ ਹੈ, ਤੇ ਕਿੱਥੋਂ ਸਮਝਣਾ ਮੈਂ ਇਸ ਕਿਤਾਬ ਨੂੰ? ਦਾਵਤ ਇਹ ਮਲਕ ਸਾਹਿਬ ਦੇ ਰਹੇ ਸੀ ਜਿਸ ਵੇਲੇ ਮੈਂ ਆਇਆ ਕਿ ਇਹ ਅੱਲਾ ਦੀ ਕਿਤਾਬ ਹੈ ਤੇ ਇਹਨੂੰ ਸਮਝਣਾ ਆਸਾਨ ਹੈ, ਤੇ ਮੈਂ ਇੰਨਾ ਹੀ ਪੁੱਛ ਬੈਠਾ ਵੀ ਇਹਨੂੰ ਕਿੰਝ ਸਮਝਣਾ। ਬਸ ਇਹ ਨਹੀਂ ਮੈਨੂੰ ਸਮਝ ਵੀ ਆਉਂਦੀ। ਆਪਣੀ ਅਕਲ ਤੋਂ, ਆਪਣੀ ਅਕਲ ਤੋਂ ਸਮਝ, ਕਿਸੇ ਦੀ ਮਦਦ ਦੀ ਲੋੜ ਨਹੀਂ ਨਾ। ਲੈ ਸਕਦੇ ਹੋ, ਅਗਰ ਤੁਹਾਨੂੰ ਲੈ ਸਕਦੇ ਹੋ ਔਰ ਉਹਦੀ ਗੱਲ ਤੁਹਾਨੂੰ ਤੁਹਾਡੀ ਅਕਲ ਦੇ ਮੁਤਾਬਕ ਤਸਲੀਮ ਹੁੰਦੀ ਹੈ ਤੇ ਉਹਨੂੰ ਲੈ ਲਓ। ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਕਰ ਰਿਹਾ ਹੈ ਯਾਰ ਬਹੁਤ ਅੱਛੀ ਹੈ ਔਰ ਮੇਰੀ ਅਕਲ ਵੀ ਇਹੀ ਗੱਲ ਸਮਝਣਾ ਚਾਹੁੰਦੀ ਹੈ ਜਾਂ ਸਮਝ ਗਈ ਹੈ, ਤੇ ਤੁਸੀਂ ਲੈ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਅਗਰ ਉਹ ਸਾਡੀ ਅਕਲ ਉਹਦੀ ਤਾਇਦ ਕਰੇ ਤੇ ਫਿਰ ਲੈ ਲਈਏ, ਜੇ ਸਾਡੀ ਅਕਲ ਮੁਸਤਰਦ ਕਰੇ ਤੇ ਅਸੀਂ ਉਹਦੀ ਗੱਲ ਛੱਡ भी सकते हैं ना, छड़ सकते हैं बिल्कुल। आमिर साहब आपको एक बात फाइनल मलिक साहब ने पूछ लो मलिक साहब फाइनल आपको एक बात बता दूं, फाइनल अगर ये सारी बातों का इसके अंदर आ जाएगा, मतलब अगर आप समझना चाहें तो जो शख्स कोई नबी रसूल भी आ जाए बग़ैर तस्दीक के अल्लाह को भी मान लेता है, मैं उसको मुनाफिक समझता हूँ। बग़ैर तस्दीक के किसी की बात को मानना ये मुनाफिक है, वो इंसान ना उसके पास इल्म है ना अकल है। जो दीन इस्लाम है, जब तक इंसान अपनी अकल से उस चीज़ की तस्दीक नहीं करेगा जो मान रहा है, वो अल्लाह का मुस्लिम नहीं है। अपने नाम वो जो मर्जी रख ले, मोमिन रख ले, मुसलमान रख ले, फलाना रख ले, धमाका रख ले, रखता रहे। अगर कोई नबी रसूल भी आएगा उसकी बात को तस्दीक किए बग़ैर अगर कोई अल्लाह को भी मानेगा, मेरे नज़दीक वो मुनाफिक है, उसे पता ही नहीं अल्लाह है क्या, सुनी सुनाई पर उसने मान लिया। हर चीज़ को मानने के लिए आपकी अकल की तस्दीक होना, उसका इनकार हो या इकरार हो, आपकी अकल की तस्दीक होना ज़रूरी है। उसी का नाम इस्लाम है। मेरे ख्याल में ये मेरी आखिरी बात थी समझाने के लिए, शायद आपको समझ में आ गई हो। मलिक साहब वो जेडे एपी साहब ने गल कही हुए वे कि अगर कोई बंदा समझाता है तुहानू, तुहाडी अकल च उहदी गल आ जाती है तो लै लो, अगर अकल च नहीं आती तो फिर छड़ दवो। लेकिन बंदा अगर ये दावा करे कि बई जेड़े माने कुरान दे मैं तेनू समझा रहा इहो ही सही होणगे, तू किसी होर पासे ना जाए,
ਮੈਂ ਉਹ ਕਸਮਾਂ ਚੁੱਕ ਚੁੱਕ ਕੇ ਆਖੇ ਕਿ ਮੈਨੂੰ ਤੇ ਸਾਰੀਆਂ ਰੂਹਾਂ ਦੇ ਉੱਤੇ ਗਲਬਾ ਦਿੱਤਾ ਗਿਆ ਹੈ ਕੁਰਾਨ ਦੇ ਹਕਾਇਕ ਔਰ ਮਾਰਫ ਸਮਝਣ 'ਚ, ਮੈਂ ਉਹਦੀਆਂ ਕਸਮਾਂ ਨੂੰ ਸੱਚਾ ਸਮਝਾਂ ਕਿ ਝੂਠਾ ਸਮਝਾਂ, ਇਹ ਦੱਸ ਦਿਓ। मैं आपको बता देता हूँ। देखें, जब आपको कोई अल्लाह का प्राप्त सीधी बात करे ना, आदि ने कोई बंदा बताए, कोई बंदा कौन है बताने वाला, पहले हम देखेंगे वो बंदा कौन है। अगर उसका दावा ये है कि मैं प्रॉफिट हूँ, ठीक है, तो उसकी इस समझने की सूरत हमारी और होगी, या आमिर नज़ीर साहब समझा रहे हैं या मैं आपको समझा रहा हूँ तो हमारी नौयत और होगी। अगर कोई प्रॉफिट है, हम प्रॉफिट की बात करेंगे, प्रॉफिट आपको कोई बात समझाता है, आपको समझ में नहीं आती, आप सोम में चले जाएं, आप खामोश हो जाएं, जब तक आपकी अकल उसके इनकार की या इकरार की तस्दीक ना कर ले। और ये हो ही नहीं सकता कि बात प्रॉफिट की हो और आपके पास अकल और इल्म भी हो, आप उसकी बात से इख्तलाफ कर जाए, ये हो ही नहीं सकता, कतई नामुमकिन, इम्पॉसिबल। आपके पास अकल है और आपका कोई पहले से अकीदा नहीं है और नबी रसूल आपको बात बता रहा है, आपको ना समझ में आए वो थोड़ी देर के लिए, दिन के लिए, घंटों के लिए, महीने के लिए और बात, लेकिन आप उस चीज़ का इनकार करके अकली दलील नहीं दे सकते। ये तो 100% बात है ना कि प्रॉफिट की बात जो उसने अल्लाह से पैगाम पाया है वो दे रहा है, उसके खिलाफ आप इनकार ज़रूर कर सकते, लेकिन अकली दलीलें हुज्जतें कायम नहीं कर सकेंगे। यही तो फ़र्क है सच और झूठ में। अब आप गहराई में इतना ले गए हैं कि हर बंदे की समझ में ये बात आने मुश्किल है जो हम लोग आपस में बातें कर रहे हैं। तो आमिर साहब इन बातों को समझें, उलझाते से उलझाते जितना गहराई में जाएंगे इतनी बातें मुश्किल होती चली जाएंगी। इनको समझना इल्म वाले बंदे के बगैर नामुमकिन हो जाएगा। अभी तो आप हमसे वो कर रहे हैं कि मैं तो अनपढ़ जाहिल बंदा हूँ, आम फहम बात कर रहे हैं, मुझे समझ में आ जाती है, और आपकी बड़ी मेहरबानी है, आप इल्म से हटकर मेरी अकल के मुताबिक मुझसे बात करते हैं। जज़ाकल्लाह आमिर साहब। ਮਲਕ ਸਾਹਿਬ, ਜੋ ਸਵਾਲ ਮੈਂ ਕੀਤਾ ਉਹ ਇਹ ਸੀ ਕਿ ਬਈ ਅਗਰ ਇੱਕ ਬੰਦਾ ਕਸਮਾਂ ਚੁੱਕ ਚੁੱਕ ਕੇ ਆਖੇ ਕਿ ਮੈਂ ਜਿਹੜੇ ਮਾਨੀ ਸਮਝਾਵਾਂਗਾ ਉਹ ਸਹੀ ਹੋਣਗੇ ਕਿਉਂਕਿ ਮੈਨੂੰ ਮੇਰੇ ਉੱਤੇ ਮਾਨੀ ਖੋਲੇ ਗਏ ਨੇ, ਮੈਂ ਉਹਦੀਆਂ ਕਸਮਾਂ ਤੇ ਇਤਬਾਰ ਕਰ ਲਵਾਂ, ਜਾਂ ਅਗਰ ਉਹਦੀ ਗੱਲ ਮੇਰੀ ਅਕਲ 'ਚ ਨਹੀਂ ਆਉਂਦੀ ਤੇ ਮੈਂ ਉਹਦੀਆਂ ਕਸਮਾਂ ਨੂੰ ਝੂਠਾ ਸਮਝ ਲਵਾਂ, ਬਸ ਇਹ ਸਵਾਲ। मैंने आपको बता दिया कि दो चीज़ें हैं, एक अल्लाह की तरफ से अगर प्रॉफिट आया है उसकी बात गलत हो ही नहीं सकती, आपकी समझदानी गलत है, आप सो में चले जाएं, थोड़ा टाइम लें, मेहनत करें, हो ही नहीं सकता, आप ईमानदारी से अकल का इस्तेमाल करें और प्रॉफिट की बात आपको समझ में हो ना आए, ये हो ही नहीं सकता, ਇਹ ਮੈਨੂੰ ਕਿਸ ਤਰ੍ਹਾਂ ਮਲਕ मैं ਸਾਹਿਬ आपको बता रहा हूँ नामिर साहब। ਮਾਜ਼ਰਤ ਇੱਕ ਸੈਕਿੰਡ ਰੁਕਣਾ। जी जी, ਫਿਰ ਇਹਦਾ ਮਤਲਬ ਹੈ ਪਹਿਲੇ ਮੈਂ ਇਹ ਚੈੱਕ ਕਰ ਲਵਾਂ ਕਿ ਇਹ ਅੱਲਾ ਦੀ ਤਰਫੋਂ ਪ੍ਰੋਫਿਟ ਆਇਆ ਹੈ ਕਿ ਇੰਜ ਹੀ ਲੱਗੇ ਹੈ, ਇਹ ਪਹਿਲਾਂ ਚੈੱਕ ਕਰ ਲਵਾਂ। ये भी एक इसी का जवाब, इसी बात पे जवाब है कि उसकी अकली दलीलों में ही साबित होगा कि वो प्रॉफिट है या नहीं। ये सारे एक जगह वो- गुलदस्ता है। ये ਉਹਦੀ ਗੱਲ देखिए, ਮੇਰੇ ਅਕਲ 'ਚ ਨਹੀਂ ਆਉਂਦੀ ਨਾ ਮਲਕ ਸਾਹਿਬ। नहीं 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 नहीं, सुने, आप लेना नहीं चाह रहे, आपने उसको ये समझ अकल में आ नहीं रहा, या आपके पास इल्म नहीं है, या आप लेना नहीं चाहिए। दो के अलावा कोई बात रब्बे काबा की कसम हो ही नहीं सकती। ਮਲਕ या ਸਾਹਿਬ आपके पास इल्म नहीं है या आप इल्म है लेना नहीं चाह रहे, ਮਲਕ ਸਾਹਿਬ ਅਗਰ चीजों में फंसे हुए हैं। ਮੇਰੀ ਗੱਲ ਸੁਣ ਲਓ ਨਾ। ਅੱਛਾ, ਮੈਂ ਬੰਦਾ ਦੱਸਣਾ, ਉਹਦਾ ਇਹ ਦਾਵਾ ਹੈ ਕਿ ਉਹ ਪ੍ਰੋਫਿਟ ਹੈ, ਉਹ ਜਿਹੜੇ ਮਾਨੀ ਬਿਆਨ ਕਰੇਗਾ ਉਹ ਦਰੁਸਤ ਹੋਣਗੇ ਤੇ ਤੁਸੀਂ ਉਹਨੂੰ ਕਬੂਲ ਨਹੀਂ ਪੇ ਕਰਦੇ ਹੈ। ਕੀ ਫੈਸਲਾ ਮੈਂ ਕਰਾਂ ਕਿ ਤੁਸੀਂ ਜਾਣਬੁੱਝ ਕੇ ਲੈਣਾ ਨਹੀਂ ਚਾਹ ਰਹੇ, ਤੁਹਾਡੀ ਨੀਅਤ ਖੋਟੀ ਹੈ, ਸਿਰ ਤੇ ਟੋਪੀ ਹੈ। आमिर साहब, आप हर बात को सुलझाने के बजाय उलझाने की कोशिश करते हैं, और उलझाने की वही कोशिश करता है जिसके पास अकली दलीलें ख़त्म हो जाती हैं। हर बात को आगे एक स्टेप उठा के 2 पौड़ियाँ फिर ऊपर ले जाते हैं या 2 पौड़ियाँ नीचे ले आते, हर जगह आप ऐसा करते हैं। देखिए, मैंने आपको बता दिया, जो भी प्रॉफिट है पहले तो हम ये देखेंगे कि इस बंदे का हयात है क्या, इसने कौन सी ज़िंदगी गुजारी है प्रॉफिट से पहले। दल साहब फिर हम ये एक देखेंगे- इजाज़त दियो ज़रा आयत दा तर्जुमा पढ़ने फिर बड़ी ज़बरदस्त आ। जी जी ਇਹ ਨਾ ਸੂਰਤ ਆਲ ਇਮਰਾਨ 3 ਦੀ 79 ਆ। ਇਸ ਤੋਂ ਪਿਛਲੀ ਆਇਤ ਕਹਿੰਦੀ ਆ ਕਿ ਤੁਹਾਡੇ ਦਰਮਿਆਨ ਕੁਝ ਲੋਕ ਐਸੇ ਆ, ਤੁਹਾਨੂੰ ਐਸੀਆਂ ਚੀਜ਼ਾਂ ਦੱਸਦੇ ਨੇ ਔਰ ਤੁਹਾਨੂੰ ਕਹਿੰਦੇ ਨੇ ਕਿ ਇਹ ਕਿਤਾਬ ਦੇ ਵਿੱਚੋਂ ਆ, ਜਦਕਿ ਉਹ ਕਿਤਾਬ ਦੇ ਵਿੱਚੋਂ ਨਹੀਂ ਹੁੰਦੀ।
ٹھیک ہے، پھر یہ اس تو اگلی آیت آ رہی ہے کہ کسی بھی بشر کا کام نہیں کہ اللہ تو اسے کتاب اور حکومت اور نبوت عطا کرے اور وہ اس کے باوجود لوگوں سے کہے کہ اللہ کو چھوڑ کر میرے بندے بن جاؤ، اس کے بجائے تو یہی کہے گا کہ اللہ والے بن جاؤ۔ یہ Very سانو good. ایک تصدیق دا پہلو دیتا ہے سبحان اللہ. کہ جنوں بھی کتاب حکم اور نبوت ملے گی نا، وہ تانوں ہمیشہ یہی کہے گا کہ تسی اللہ والے بن جاؤ، میرے بندے نہ بنو۔ ویری گڈ، بہت اعلیٰ بات ہے یہ قرآن کی، اور بہت ساری باتوں کا جو لوگوں نے نبی رسولوں کو خدا کے ساتھ ملا دیا ہے اور کہتے ہیں کہ رسول کی اطاعت کرو، اس میں یہ بات واضح، اب اس سے زیادہ اللہ کیا کھولے؟ یہ علم اور عقل کی بات جو اللہ نے اس آیت میں بتا دی ہے، یہ بہت ساری چیزوں اور کو کھول ایدا دیا۔ اینڈ تلہ صاحب بہت خوبصورت ہے، ایدے اینڈ تے کیا جا رہا وا، کیونکہ تم جو کتاب پڑھاتے رہے ہو اور جو کچھ تم پڑھتے ہو، مطلب تسی او دے تو درس لے رہے ہو کتاب دے، او دے باوجود تسی یہ کام کردے ہو۔ ہاں، بہت سر اعلیٰ میری بھی بات۔ ایک گل اتنے میری بھی ایک گل نال رکھ لو طلعت صاحب تے امر نذیر صاحب، دیکھو اسی ہے واں تے اسی یہ گل تے ظاہر ہے یہ بڑی اہم گل ہے جڑی ایپی صاحب نے ہن کیتی ہے۔ اسی یہ نہیں ویکھنا کہ مرزا صاحب نے کیا کیے، اسی یہ ویکھنا ہے کہ انہوں دی تعلیم انہوں نے او دا مقصد کی بیان کیتا ہے انہوں نے آن کے کہ کی کرو، یہ بڑی ضروری گل ہے انہوں دی دیکھن دی ملک طلعت صاحب۔ اور میں انہوں دا پورا لٹریچر تسی جو بھی ہے جس طرح بھی ہے اور جماعت دی بھی اگو جڑی مطلب جو بھی چل رہا ہے جس طرح بھی نظام چل رہا ہے، انہوں جو کسی نے یہ نہیں کیا کہ ادھر وہ سارے اللہ دی طرف ہی کہندے نے کہ اللہ اگے چکو، اللہ نہ رابطہ جوڑو، اللہ اگے جاؤ، انہوں دا کام ہی یہ ہوتا ہے۔ ہوں فرض کیتا ساری مخالفت وچ لوگ تے کہندے نے سارے مطلب ہے کہ اے اس طرح ہے وہ اس طرح ہے، لیکن وہ کوئی گل تے دسن نہ کہ انہوں نے ذاتی اپنی کیڑی گل کیتی ہے کہ کی کرو، کوئی گل کیتی ہے بھائی دیکھو کہ تسی مخالفت تے کرو لیکن انہوں نے کیا کی ہے، ناصر بھائی، مطلب انہوں نے ٹارگٹ کی۔ ناصر بھائی، میں یہاں پر ان پر بات نہیں کر رہے ہیں، ہم قرآن پر بات کر رہے ہیں، تو بات جی بات وہ آپ کی مرزا ٹھیک ہے، صاحب کی بات نہیں کر رہے ہیں، وہ ہماری مان میں لیں گے۔ مرزا میں صاحب کے نہیں، قرآن میں آپ کی آیتیں بات بیان سمجھ رہا کریں ہوں۔ مرزا صاحب کے منہ سے، وہ اس کا بھی انکار کر دیں گے۔ وہ بھائی صاحب طلعت صاحب میں تھوڑے گل دسنا، سنو میری گل سنو، میں 3 گھنٹے تو تہاڈی گل سن رہا ہاں، تہاڈی جو بھی گل ہو رہی ہے وہ امر نذیر صاحب جڑی بھی گل کر رہے نے او دے پیچھے مرزا صاحب ہی نے، اور کوئی گل نہیں ہے۔ آپ ٹھیک کہہ رہے ہو، لیکن ہم نے اوپن کر کے نہیں یہ کرنا نا۔ فضول جی گل ہے کہ انہوں تو بغیر کوئی گل ہے ہی نہیں ہے، سب گل وہی ہو میں رہی ہے۔ کہہ رہا ہوں ہم نے یہاں مرزا صاحب کو منوانا نہیں ہے، ہم نے ہاں وہ سانو کڑی لوڑ ہے منوان والا آپ یہاں پر اگر ہم ان کا نام لیں گے تو یہ سمجھیں گے ہم ان کو ان کے حق میں بول رہے ہیں، ڈیفینس کر، ہم اللہ کی کتاب اور عقل نہیں ہم ڈیفینس نہیں کر رہے، لیکن دیکھیں بات یہ میں وہی کہہ رہا ہوں کہ اللہ کے فضل سے انہوں نے جتنا بھی کچھ کام کیا انہوں نے قرآن کی طرف ہی بلایا آدمی، انہوں نے کہا قرآن کے بغیر کوئی چیز نہیں ہے گل ہی قرآن ہے سر۔ بات یہ جو ابھی انہوں نے آیت پڑھی نا، بہت اعلیٰ قسم کی آیت ہے، اور میں کہتا ہوں یہ ان آیتوں میں سے ایک آیت ہے جو مسلمانوں کی 80% ان کو ہدایت حاصل ہو سکتی ہے، مسلمانوں کو جنہوں نے اللہ کے ساتھ اللہ کے نبی رسولوں کو شریک بنا دیا ہے، یہ ان کے لیے۔ یہ غور کرے اس آیت پہ، یہ قرآن کی آیتیں ہیں، ان کو غور کرو، فکر کرو کہ یہ اللہ تعالیٰ نے ہمیں کیا سبق دیا ہے۔ نبی رسول کیا کام کرتے ہیں؟ ایز اے پوسٹ مین ہوتے ہیں، اللہ سے پیغام لیا آگے دے دیا، بس ان کا کام ختم۔ یہ قرآن بھی یہ بتا رہا ہے کہ تیرا کام ہے میرا پیغام پہنچا دینا، تمہیں میں نے ان کے اوپر دروگہ نہیں لگایا، بس ان کا کام ہے پیغام پہنچانا، اور اس پیغام میں ایک نقطہ بھی نہ وہ نکال سکتے ہیں نہ بڑھا سکتے ہیں، یہ بھی ان کو اختیار نہیں، ایک شوشہ بھی اللہ کے پیغام میں نہ بڑھا سکتے ہیں نہ نکال سکتے ہیں۔ ہمارے مسلمانوں نے نبی رسولوں کو پتہ نہیں کیا کیا کر کر شرک تک لے گئے، شرک تک لے گئے، اللہ کے ساتھ شریک بنانا شروع کر دیا ہے، انہیں لا علمی میں اور لا دانی میں اور اپنے عقیدوں کی وجہ سے۔ اللہ کے نبی رسول صرف ایز اے پوسٹ مین کام کرتے ہیں اور کچھ نہیں۔ السلام علیکم جناب، آدھا منٹ چاہیے، آدھا منٹ چاہیے۔ ہم سب چاہے قادیانی ہو، چاہے احمدی ہو، چاہے مسلمان ہو، ہم سب قرآن شریف سے فیصلہ لے سکتے ہیں، لینا چاہیے۔ یہ ہمارے درمیان میں، مجھے بات ختم کرنے دیجیے پھر بے شک بول پینا۔ بولے میں آپ کی بات کی تصدیق کروں، بیچ میں بولا نہیں، میں کروں۔ دیکھیے
قرآن مجید کی 99 قرآنی آیات ہیں، 210 حدیث سے ہیں، ختم نبوت 12۔ اب ان کو 99 کو پڑھنے کے لیے، ترجمہ کرنے کے لیے، 210 حدیث بیان کرنے کے لیے کم و بیش 24 آور چاہیے۔ یہ تو ہم سب نہیں سپیئر کر سکتے۔ اب شام کو عامر نذیر صاحب کے ساتھ ٹائم فکس کریں، اسی دوران میں عامر نذیر صاحب کو یہ 99 آیات، 210 حدیث، یا آپ کو، آپ کا نام ہے ملک اوان، آپ کو بھی بھیج سکتا ہوں، آپ بھی اس سے مستفید ہو سکتے ہیں۔ اچھا اس ایک کے چھوٹی ساتھ سی بات کر دوں آپ کو، چھوٹی سی بات کروں گا پیارے بھائی، پھر آپ کرنا۔ فرمائیے۔ دیکھیں نبوت ختم ہوئی ہے یا جاری، اس کو چھوڑ دیں۔ قرآن ہمارے ہاتھوں میں ہے، قرآن مکمل کتاب ہے، یہ مولویوں کے چکر میں پڑھتے کیوں؟ اگر نبوت ختم بھی ہوئی ہے تو بھی ہمارا ایمان قرآن ہے، اگر نبوت جاری بھی ہے، جو مرضی آ کے کوئی کہتا رہے، ہم پھر بھی ہمارا ایمان اللہ کی کتاب قرآن ہی ہے، تو ہمیں اس پر جانے کی ضرورت ہے۔ آپ مانو ختم ہو گیا، ہم آتے رہیں گے، آتے رہیں، جاتے رہیں، ختم ہوگی، پھر کیا ہے؟ اب ہم قرآن کو حجت بتائیں، آپ بھی بنائیں اور ہم بھی بنا لیں، قرآن ہمارا دین ہے، قرآن ہمارا ایمان ہے، بات ہی ختم ہوگی۔ آپ نئی لڑائیاں، نبی آ گئے، ختم ہو گئی، شروع آئے تو بھی ٹھیک ہے، نہیں آئے تو بھی ٹھیک ہے، آئے گا میں نبی آئے گا تو بھی حجت قرآن ہی رہے گی، نبی آخری رہے گا، آخری رہیں گے محمد صلی اللہ علیہ وسلم، تو بھی حجت قرآن ہی رہے گی، اس سے علاوہ ہٹے گی نہیں۔ جی تو آپ سے ایک چھوٹا سا سوال ہے، چھوٹا سا، رسول پاک سے لے کر مرزا صاحب کے درمیان تک 13.5 پونے 14 1450 سال گزرے ہیں، کیا اس ہستی کو جس پہ اللہ تعالیٰ نے قرآن نازل کیا ہے، کیا وہ نہ سمجھ پائے تھے حضرت عیسیٰ کے بارے میں کہ وہ فوت ہو چکے ہیں یا آسمان پر ہیں؟ پھر سرکار مدینہ کے علاوہ اور کوئی ہستی ہو سکتی ہے جو بتائے کہ نہیں مجھے بات ختم کر دیجیے، مجھے بات ختم۔ سن رہے آپ نے سوال کرنا ہے، یہ تقریر کرنی ہے تو نہیں، میں نے سوال ہی کرنا تھا، لیکن سوال ایک چھوٹا سا سوال ہے، چلو یہ بتائیں۔ چھوٹا سا سوال ہے آپ کا، آپ چلو اپنے یہی عقیدے بیان میرا کرنے شروع سوال کر ہے، دیتے ہو سوال کے ساتھ۔ کیا رسول پاک کو سمجھنا آئی تھی؟ نہیں، سوال کیا جاتا ہے، آپ عقیدے بتانا شروع کر دیتے ہو نا، آپ کو سوال گرمی کے آ ساتھ گئی عقیدے اصل نہیں میں، بتائے جاتے۔ بعض سوال ایسے ہوتے ہیں وہاں پہ شیشہ دیکھنا پڑ جاتا ہے، تو پھر اور آپ اپنی طرف دیکھیں، ہمیں نہ دکھائیں شیشہ، ہم عادی ہو چکے اپنے شیشوں کے۔ تو آپ پھر صرف یہ کریں کہ سوال کریں، آپ تو سوال پھر کریں، ہم جواب دیں گے۔ پھر ہم مسلمانوں کو گائیڈ نہ کریں غلط راستے پہ، جواب دیجئے۔ ہم کون گائیڈ کر رہے ہیں؟ اپنے گھر آپ میں کیسے بیٹھے کر رہے یار، ہیں؟ ہم کہاں آپ کو گائیڈ کر رہے ہیں وہ یار؟ بھائی آپ صاحب تو مرزا بیچارے کو تو، مرزا صاحب کو تو برابر میں اپنی دیسی کتابیں میں نہیں یار پڑھ دیکھیں، پاتے ہم تھے، مرزا صاحب کی قرآن بات کا ہی وہ ہم نے کہاں سے لے پوچھی ہے۔ آئے؟ اللہ آپ تعالیٰ نے دنیا کی کوئی بات سن لیں بھائی، سن لیں، ہم دنیا کی کوئی بات کریں، آپ مرزا صاحب سے شروع ہوتے ہیں، ہم نے ان کا نام بھی لیا یار، ہم تو جنہوں نے نام لیا انہیں بھی منع کیا ہے کہ ہم ان کو نہیں ادھر کرنے کے لیے بیٹھے، ہم صرف اللہ کی کتاب پر بات کرنی ہے۔ تو پھر اللہ کی کتاب بارے میں نے کہہ دیا۔ سن لیں پیارے بھائی، دیکھیں نبی محمد صلی اللہ علیہ وسلم آخری ہیں یا ان کے بعد 100 نبی آ سکتے ہیں؟ حجت ہمارے لیے، مسلمانوں کے لیے اللہ کی کتاب قرآن ہے اور قرآن ہی رہے گی۔ آپ نہیں مانو نہ مانو، ہم مانتے رہیں، لیکن قرآن سے شوشہ بھی حجت تبدیل نہیں ہوگی، ٹھیک ہے؟ ابھی قرآن پر بات کریں، آپ نے کیا بات کرنی ہے؟ کون سے ایسا عقیدہ ہے جو آپ ہمیں بتانا چاہتے ہیں؟ آپ ختم نبوت کدھر بھائی ختم صاحب آپ نبوت؟ نے بھی ایک منٹ ملک صاحب ٹھہرے، خان صاحب آپ کا سوال آ گیا ہے، آپ نے جو ایک سوال کیا تھا، طلعت صاحب ایک منٹ دینا۔ آپ خان صاحب، میں آپ کو سنتا رہتا ہوں، میں آپ کو بڑا فین ہوں۔ آپ نے جو بات کی ہے کہ رسول اللہ صلی اللہ علیہ وسلم کو یہ بات سمجھ میں نہیں آئی کہ عیسیٰ علیہ السلام کی وفات ہو چکی ہے، مجھے آپ رسول اللہ صلی اللہ علیہ وسلم کی کوئی ضعیف حدیث یا کوئی واقعہ بتا دیں جس میں انہوں نے کہا ہے کہ عیسیٰ علیہ السلام آسمان پر چلیں گے، میں آپ کی بات مان لیتا ہوں، بتائیں مجھے۔ ایک منٹ، آدھا منٹ دیں گے مجھے؟ ہاں پورا منٹ آپ کے پاس، آپ پہلے سوال جو سنیں۔ کیا وہ سن لینا، پھر سن لیں، میں سوال دہرا دیتا ہوں۔ میں نے یہ کہا کہ آپ نے یہ کہا ہے کہ ان کو سمجھ نہیں آئی، انہوں نے کوئی ذکر نہیں کیا کہ عیسیٰ علیہ السلام کی جو ہے آیات۔ میں نے کہا آپ مجھے ان کی وفات کا رسول اللہ صلی اللہ علیہ وسلم نے اگر کہا ہونا کہ وہ آسمان پر زندہ چلیں گے، وہ مجھے ثابت کر دیں آپ رسول اللہ سے، میں آپ کے ساتھ۔ تھینک یو۔ آپ ایسا کریں، آپ آپس میں بات چیت جاری رکھیں،
खामोशी ना रखें। मैं ठीक 1 मिनट के बाद सबूत लेकर अभी आपकी खिदमत में हाजिर होता हाँ, ठीक हूँ। होगा, ठीक होगा। ठीक है मलिक साहब, आज आजाए, करो। लेकिन एक बात सुन लें, मैं आपको अपनी बात बता दूं ईमान की। अगर कोई शख्स नबी रसूल जी के कि एक नबी रसूल उड़कर आसमान पर चला जाएगा, मैं उसको नबी रसूल ही नहीं मानूंगा, ये मेरी अकल के खिलाफ है। मैं अहमद कुछ नज़ीर साहब, सुनिएगा, अहमद सुनिए एक नज़ीर मिनट साहब, प्लीज, सलाम मेरी अलैकुम बात सुनिए तुम्हानू प्यारे होवे। भाई। अरे भाई बात सुन लें। नहीं मलिक तलत साहब सुनने हैं, थोड़ा वो लाइट मूड भी रखो। अहमद नज़ीर साहब खान साहब गए ने, वाकई कोई है जी गल तो यार वो ध्यान अभी आ उसते? जाएगा, आपके सामने आ जाएगा। आमिर साहब को कोई इल्म है गैब का कि उन्होंने बताना है? आलम वो स्पेशलिस्ट ने मैं इस काम ਦੀ ਗੱਲ ਕਰਕੇ ਤੇ ਇਜਾਜ਼ਤ ਲੈਣੀ ਹੈ। ਅਸੀਂ ਕਾਫੀ ਜੀ, 2-3 ਘੰਟੇ ਗੱਲਬਾਤ ਕਰ ਲਈ ਹੈ ਤੇ ਮੈਂ ਤੇ ਮਲਕ ਸਾਹਿਬ ਮੇਰੇ ਖਿਆਲ ਹੈ ਹੁਣ ਗੱਲ ਕਰ ਚੁੱਕੇ ਹਾਂ। ਤੁਸੀਂ ਗੱਲਬਾਤ ਕਰੋ, ਅਸੀਂ ਸੁਣਾਂਗੇ ਤੇ ਮੈਂ ਵੈਸੇ ਵੀ ਥੱਲੇ ਉਤਰ ਜਾਵਾਂਗਾ ਤਾਂ ਸੁਣਾਂਗਾ। ਅੱਛਾ, ਗੱਲ ਮੈਂ ਇਹ ਕਰਨੀ ਸੀ, ਵਕਾਸ ਸਾਹਿਬ ਵੀ ਆਏ ਨੇ। 2-3 ਘੰਟੇ ਦੀ ਗੱਲ ਦਾ ਸਾਡੇ ਦਾ ਰਿਜ਼ਲਟ ਹੈ ਵੇ ਕਿ ਮੈਂ ਇੱਥੇ ਸਵੇਰ ਬੈਠਾ ਸੀ ਤੇ ਕੰਪਿਊਟਰ ਤੇ ਕੁਰਾਨ ਸੱਜੇ ਪਾਸੇ ਖੋਲ ਕੇ ਮੈਂ ਰੱਖਿਆ ਸੀ। ਹੁਣ ਸੱਜੇ ਪਾਸੇ ਕੁਰਾਨ ਪਿਆ ਹੈ ਤੇ ਮੇਰੇ ਖੱਬੇ ਪਾਸੇ ਇੱਕ ਮਦਈਏ ਨਬੂਵਤ ਖਲੋਤਾ ਹੈ। ਉਹ ਕਹਿੰਦਾ ਹੈ ਇਹਦੇ ਮਾਨੀ ਜੋ ਮੈਂ ਦੱਸਾਂਗਾ ਉਹ ਸਹੀ ਹੋਣਗੇ। ਤੇ ਇੱਕ ਮਦਈਏ ਨਬੂਵਤ ਤਲਤ ਮਲਕ ਸਾਹਿਬ ਦੇ ਖੱਬੇ ਪਾਸੇ ਖਲੋਤਾ ਹੈ। ਉਹ ਮਲਕ ਸਾਹਿਬ ਨੂੰ ਕਹਿੰਦਾ ਹੈ ਵੀ ਜਿਹੜੇ ਮਾਨੀ ਮੈਂ ਦੱਸਾਂਗਾ ਉਹ ਸਹੀ ਹੋਣਗੇ। ਨਾ ਮੈਂ ਉਸ ਬੰਦੇ ਦੀ ਪਿਆ ਮੰਨਣਾ, ਨਾ ਮਲਕ ਸਾਹਿਬ ਉਸ ਦੂਜੇ ਬੰਦੇ ਦੀ ਪਿਆ ਮੰਨਦੇ ਨੇ। ਹੈਪੀ ਸਾਹਿਬ ਆਏ ਨੇ, ਇਹਨਾਂ ਦੇ ਸੱਜੇ ਖੱਬੇ 2 ਖਲੋ ਗਏ ਨੇ। ਇੱਕ ਸੱਜੇ ਪਾਸੇ ਮਦਈਏ ਨਬੂਵਤ ਖਲੋਤੇ, ਇੱਕ ਖੱਬੇ ਪਾਸੇ ਖਲੋਤੇ ਹੈ। ਉਹ ਦੋਵੇਂ ਦਾਵਾ ਪੇ ਕਰ ਆਪੋ ਆਪਣੇ ਤੌਰ ਤੇ ਇਹਨੂੰ ਖੋਲੋ, ਪੜੋ, ਸਮਝੋ, ਆਸਾਨ ਹੈ। ਬਸ ਇਹ ਹੀ ਮੈਂ ਸਮਝਣਾ ਚਾਹੁੰਦਾ ਸੀ। ਮੈਨੂੰ ਤੇ 2-3 ਘੰਟੇ ਚ ਕੱਖ ਪੇੜ ਪੱਲੇ ਨਹੀਂ ਪਿਆ। ਵਕਾਰ ਸਾਹਿਬ ਤੁਸੀਂ ਤਸ਼ਰੀਫ ਲਿਆਏ ਹੋ, ਜੇ ਕੋਈ ਗੱਲ ਸਮਝਾ ਦਿਓ ਤੇ ਨਹੀਂ ਤੇ ਇਜਾਜ਼ਤ ਦੇ ਦਿਓ। ਤੁਸੀਂ ਗੱਲਬਾਤ ਕਰੋ, ਮੈਂ ਸੁਣਾਂਗਾ इंशाल्लाह। वकार साहब अस्सलाम वालेकुम। वालेकुम अस्सलाम, कैसे हैं आप? ईद मुबारक। खैर मुबारक जी तल्ला साहब, मेरी तो पहली नाराजगी है आपके साथ, मैं उधर आया हुआ था। आप ठीक कह रहे हो, लेकिन मैं बस करें। बाद में आपको फोन करता हूँ। बस करें, कोई कॉल नहीं है दोबारा आपने को। मैं कॉल करता हूँ, मैं नहीं कह रहा कॉल की है। बंदा कॉल उठा के कह देता है मैं मैं आपको मसरूफ हूँ। बताता हूँ ना, मैं बताता हूँ। मैं काफी देर उधर रहा अच्छा, हूँ, तकरीबन बात डेढ़। ये है, इसके ऊपर आए कि क्या कुरान को अकल से या किसी नबी रसूल की कोई बात को अकल से समझना चाहिए या नहीं, और उसकी तस्दीक किए बगैर कोई कहे कि मैं नबी रसूल हूँ, उसकी बात बगैर तस्दीक के मान लेनी चाहिए या अकल से तस्दीक करनी चाहिए। और हमारे हाथों में तो अब आसान हो गया है, कुरान मजीद मौजूद है, कुरान से तस्दीक कर लेनी चाहिए, फिर उसको मानना चाहिए। आप क्या कहते हैं? देखिए, इसमें पहली तो बात ये है कि ये देखा जाएगा कि जो मुद्दई नबूवत है वो एट दैट टाइम, मतलब कि अगर इस वक्त का टाइम है तो क्या वो जिंदा है? अगर जिंदा नहीं है तो जाहिर सी बात है उसकी सिर्फ तहरीर है हमारे पास। बिल्कुल ठीक। तो तहरीर में तो हमारे पास एक ही इम्पोर्टेंट है, वो है कुरान जी। तो लिहाजा उसकी किसी भी तहरीर को मैं अकाउंटेबल नहीं समझता। अस्सलाम वालेकुम। वालेकुम वालेकुम अस्सलाम। वालेकुम सलाम। जय घर दूसरा, कोई भाई बात अगर- कर रहा, आप बात करें, मैं इंतजार में हूँ, बात करें आप। जी जी, आप म्यूट कर ले थोड़ी देर, उन्हें करने दे बात जरा। देखिए एक तो आमिर भाई ये बात है मलिक साहब कि अगर वो मौजूद नहीं है तो उसकी तहरीर को मैं अकाउंटेबल नहीं समझता। उसमें प्रायोरिटी जो है वो सिर्फ कुरान की। अगर वो मुद्दई नबूवत जिंदा है और मेरे मतलब कि मैं भी मौजूद हूँ, वो भी मौजूद है, तो फिर मैं देखूंगा कि उसने ये क्लेम किया क्यों है, किस बेस पे उसका क्लेम है। मानी मुतालब तो बहुत दूर की बात है, वो तो किसी से भी आप ले सकते हैं, उसके लिए उसका मुद्दई नबूवत में इस तरह का कोई सिलसिला होना लाजिम नहीं है। तो इन दोनों बातों में फिर उसकी जजमेंट होगी, उसमें फुरकान फिर दोबारा कुरान ही होगा। तो अगर उसकी कोई भी बात टकराएगी, कोई एक मतलब भी टकराएगा, तो उसकी बात को अकाउंटेबल नहीं माना जाएगा, छोड़ दिया जाएगा। बनी साहिल भाई, आप मुझे पहले ये छोटे छोटे 2-3 सवालों, क्या जो शख्स की बात कुरान से टकराए वो अल्लाह का नबी रसूल प्रॉफिट हो सकता है? मैं तो देखिए समझता ही नहीं हूँ कि कोई इंसान नहीं, जो है वो आप अपनी क्लेम। समझ बीच में ना ले आए ना। आप एक और जगह पर खड़े हो, हमारी अमन नज़ीर के साथ बात हो रही है,
آپ سوال آپ اسی آنکھ آپ سے سوال وہ دیکھیں۔ کر رہے ہیں نا، نہیں وہ نہ کریں نا، آپ کیا سمجھتے ہیں میں نے یہ سوال نہیں کیا، میں نے جو میری اور عامر نذیر صاحب کے ساتھ 2-3 گھنٹے بات ہو رہی ہے، کیا آپ سمجھتے ہیں کوئی نبی رسول قرآن کے خلاف بات کر سکتا ہے؟ اب ہماری جگہ کھڑے ہو کے آپ نے بات کرنی ہے، جواب دینے، اپنی جگہ نہیں۔ ہاں بہتوں نے کی بھی ہے۔ اے نویں کٹے کھول تسی ایک نواں ساڑھے کو لگے ہاں نہیں پہ مگدی، دیکھیں اے نویں کٹے کو تسی مجھ پوری کھول دیتی یار، کیسے دعویٰ بچوں دلیل والی نہیں ہوتی یار، نا نبی رسولوں کے ساتھ منسوب کی گئی ہیں، نبی رسول جو اللہ یار کا پرافٹ ہے وہ تو یہ آپ بات کر ہی نہیں سکتا، سوال ہی نہیں پیدا ہوتا۔ یار پھر یاری 2-3 گھنٹے ہاں دوائی پائی ہے تو نواں کٹا کھول نہیں گیا یار، تے چاہیے دو بندے جب آپ کو منصب نہیں بنانا چاہیے آپ کی کمپنی کو، تسی نواں کٹا کھول دیتے، اگے بھی نہیں بنانا، کٹا کھلا ہوندا ہے تسی مجھ پوری کھول دیتے ہو، تسی اپنے گلاں چھوڑو، میرے نال لڑائی لڑو، ہاں ادھر تو آ ہوئی، میرے نال آ۔ دیکھیں ایک چیز طلعت صاحب موجود ہے نا، جو چیز او یار موجود مجھے ہے نہ اس کو بتاؤ، تو شکر ہے ڈینائی۔ آپ نے بتایا موجود ہے، میں نے سمجھا موجود نہیں ہے، بہت مہربانی آپ نے آ کے بتایا موجود ہے، میری آنکھیں کھول دی آپ نے۔ اچھا مطلب اگر کوئی حق سچ گل بھی کریے تو اس یار سے بھی دیکھیں، اگر آپ کو میری اگر کسی شیعہ سے بات ہو رہی ہے تو ہم دو بندوں کے درمیان جو اختلاف ہے، تیسرے بندے جس کی قرآن کی وقفیت ہے اگر اسے بیچ میں لے آئیں، اس نے ہمارے دونوں کے اختلاف کی بات کرنی ہے، اپنا کٹا نواں نہیں کھول دینا آگے۔ وکاس تینوں انہاں دونوں نے سوال کیتا سی، صرف ਉਹਦਾ جواب دینا ਸੀਗਾ ہاں یہ بس، اپنے کٹے کھول بیٹھا۔ ہاں تو باقی میں نے چیزاں جواب چھੱਡ دیا ہے دینا۔ نا، انہوں نے بولا ہے کہ خلاف ہو سکتی ہے، میں نے کہا ہو سکتی ہے، بالکل ہو سکتی ہے۔ کون سے نبی یہ رسول کی سوال بات قرآن کے خلاف ہے، نام بتاؤ جی، وہ تو بہت سارے ہیں۔ مثال طور پھر اس کا مطلب ہے سارے نبی رسول توبہ نوز باللہ سے میں جھوٹے ہی ہیں، سارے جھوٹے ہیں۔ نہیں، ابھی دیکھیں وہ آپ کا اپنا معیار ہے، اس معیار کی میں بات نہیں کر رہا کہ آپ نے کیا معیار بنایا ہوا ان کو پرکھنے کے لیے۔ جو ببلیکل پروفٹس ہیں ان کی ساری باتیں جو ہیں وہ قرآن کے خلاف ہیں، مجھے اس میں معاف چاہے کر آپ دو یار بھائی، میں آپ سے معافی چاہتا ہوں، جب آپ کا ایمان یہ ہے کہ نبی رسول بھی قرآن کے خلاف گئے ہیں تو میرے پاس اتنی علم اور تو عقل میں نہیں ہے نہیں مانتا کہ نا، میں میں آپ سے ان کو بات کروں۔ دیکھیں میں نے آپ کو بولا کہ نہیں میں یہ پریورٹی تو مانتا ہی نہیں ہوں کہ کوئی اللہ کا پرافٹ ہو اور آپ قرآن کے نہ خلاف مانیں، جائے، یہ ہو ہی نہیں آپ سکتا، نہ سوال مانیں، ہی یار تھوڑی آپ نے بریک رکھو، خان صاحب لے کے آئے نے کوئی حوالہ چلے ہونا ابھی پڑھ خان دو۔ صاحب کو ٹائم دیتے ہیں، یہ کوئی ثبوت لائے ہیں کہ ہاں محمد صلی اللہ علیہ وسلم نے یہ بتایا ہوا ہے، روایت میں ہے، جی یہ صلی حدیث ہے کہ عیسیٰ علیہ السلام زندہ ہیں، حیات ہیں اور آسمان پر ہے۔ ہاں جی وہ جی بتائیں۔ بتائیں جی خان السلام صاحب۔ علیکم، بیک اگین۔ وعلیکم السلام۔ جی جی واہ جی وعلیکم السلام۔ سب سے پہلے بات کرنے سے پہلے میں آپ کو یہ لکھاؤں گا، یہ آیت یا سورت کون سی ہے، اس کا نام ہے زخرف، زے کے فرمائیں۔ اوپر زے کے اوپر پیش ہے، زخرف 61۔ ٹھیک ہو یہ ہے فرمائیں۔ جناب مرزا غلام احمد قادیانی کی تحریروں سے وہ آپ نے پہلے۔ اپنا بتانا ہے، میں مرزا او صاحب بھائی کی بتاؤں بات صاحب، کرنا، میں نے مضمون کی اپنا بات کوئی ہی نہیں تھی۔ او یار بھائی یہ مجھے او خان صاحب آپ غلط فہم، آپ غلط چلو اونچا سنیں، سنتے ہیں، قرآن مجید آپ سے ایک اونچا نقطہ سنتے ہیں، بیان کرنا۔ آپ اونچا سنتے ہیں، آپ سے میں یہ نے رسول ریکویسٹ اللہ کی کا گئی کہا تھا۔ تھی کہ محمد صلی اللہ علیہ وآلہ وسلم کی کوئی روایت یا حدیث ہے کہ انہوں نے کہیں فرمایا ہو کہ عیسیٰ علیہ السلام آسمان پر زندہ ہیں، یہ ہاں وہ آپ لے آئیں۔ ثبوت لینے گئے تھے۔ اب ٹائم بچائیے، ٹائم بچائیے، مرزا صاحب کا نام پلیز کہاں سے لے آئے ہیں؟ ٹائم سیو کیجئے۔ دنیا کی کوئی گل کر لو، ٹائم از مرزا منی، صاحب ٹائم آپ از کا منی، سوال میں ٹائم نظام سیو اچھا نہیں ہے، کیجئے۔ جواب ہے مرزا صاحب، آپ قرآن صحیح نہیں پڑھتے سنیے، مرزا صاحب، آپ یہ وہ کہہ دے- رہے ہو مرزا صاحب۔ یہ تو نہیں سنے گا بھائی صاحب، سنیں یہ تو گے آپ کو اب ٹائم دیں سنیں گے جی، پورا۔ جواب سنیں، ابھی سارے خاموش سنیں، دے جی جواب، سنیں۔ محمد صلی اللہ علیہ وسلم وَإِنَّهُ کی روایت یا حدیث دیں، بتائیں بتائیں۔ وَإِنَّهُ، یہ تو کہہ دیجئے، صرف یہ عربی کا لفظ ہے یا پنجابی کا مرزا صاحب کی، یا میری پنجابی کا، یا پشتو کا؟ پنجابی کا پنجابی۔ وَإِنَّهُ بولے، یہ عربی ہے یا پنجابی ہے؟ او تایا جی خان عربی ہے، صاحب بات بچے کو بتائیں۔ پتہ ہے، 2 سال کے بچے کو بھی پتہ ہے اصل یہ میں عربی ہے یار۔ بات یہ ہے، آپ جو کچھ بھی کہیں گے 1950 کی بات ہوگی، 1925 کی، آپ کبھی بھی 2025 میں اپنے آپ کو ایڈجسٹ نہیں کر پائیں او گے۔ آپ حدیث لینے گئے تھے اور روایت لینے گئے تھے، کدھر چلے جا رہے ہیں آپ؟ وَإِنَّهُ یہ مرزا کی زبان ہے نہ او میری۔ بھائی نہ میں کہہ رہا ہوں آپ محمد صلی اللہ علیہ وسلم کی حدیث یا روایت لینے گئے تھے، روایت یا حدیث سنائیں، بتائیں۔ وَإِنَّهُ
آپ سنیں گے؟ ہاں سنائیں کیا ہے پہلے حدیث ہے، جو یہ حدیث ہے، بڑی برہنگی حدیث ہے۔ نکل ہے بھائی نذیر صاحب تاری بڑی ہمت ہے اللہ کو یہ تو بندے کا دماغ ڈیمیج کر دینے انہوں نے سیکھ لیا کہ 5 اور 5 5.5 میرے کہا دماغ بٹھا دیا 5 اور 5 ایمانی باتیں بندے کو ہلا کے رکھ دیتی ہے اندر سے. آپ نے ہلنا تو ہے نا. دیکھ لو انسانوں ایک کے منٹ سامنے ایک منٹ فرشتوں معافی بھول نا جاتا ہے ایک منٹ بندہ. بات کرنے دیں وہ اپنے بندے جا کے کرو. دیکھیں بات یہ ہو رہی ہے سننے والوں کے لیے سننے والوں ایک منٹ سننے والے آدمیوں کے لیے دیکھیں بات یہ ہو رہی تھی کہ خان صاحب نہیں خان صاحب کو میں اب تم نے للکرا مارنا پڑ گیا ہو تجھے آج سے بتانے کے لیے بھی وہ آپ حدیث لینے گئے تھے, آپ کی ترقی ہوگی ہے کہ حدیث کے بجائے آج لے آئے. سنے 50-55 سال ہو گئے یو کے میں فالتو بات نہیں کر رہا تھوڑی سی. کبھی بھی اس مجلس میں نہیں آیا تھا کہ وہ کون ہے پتا تھا. یہ سب لا یعنی باتیں کرتے ہیں. آپ مجبور ہوا پچھلے 4-5 مہینے وہ باتیں کہ نہ کھاؤ, باتوں کا کیا نہ کھاؤ. حدیث یا روایت دو ہے آپ کے پاس. وَإِنَّهُ لَعِلْمُ لِلْفَائِتِ فَلَا بتائیں میں نے 6 لفظ پڑھ دیا عربی کے, کہتا اب بتاؤ. وہ بتائیں لفظ عربی کے, ہمیں عربی نہیں آتی بھائی, اردو ترجمہ بتائیں کیا ہے اس میں, کیا حکم یہ بتائیں. کیا ہے اب پتہ کیا ہوگا, سنیں نا یار, آپ کے باتوں کا میں نے توڑ نکالا. آپ کہیں گے نہیں آپ کیا ہوگا ترجمہ ابھی کرو, کیا کرنا ہے. یہ آپ نے آیت پڑھی ہے, اس کا کیا مطلب ہے بتائیں. ترجمہ بے شک عیسیٰ علیہ کا نزول علامت قیامت ہے. وہ یار جانے کی پوچھی تھی خدا واسطہ آنے کی نہیں پوچھی. اور کسی نبی کا نام ہے, اور جنہوں نے تبلیغ کرنے خدا رسول کہوں گا بیڑا غرق مت کرو. تمہارے دل میں ذرا بھی رتی بار امان کی چاٹ نہ ہے. وہ پہلے جائیں گے تو پھر آئیں گے نا. او بھائی صاحب بات سنیں. I don't want to waste my time fucking Okay, good bye, bye good luck. everybody and سب نے دیکھ لیا. السلام علیکم. وعلیکم السلام. وعلیکم سونا دین لے کے آیا بھائی, سونی. اچھا بات سنیں بھائیو, بات یہ ہوئی تھی, آپ سن لیں سب, کہ بات یہ ہوئی تھی کہ یہ آئے خان صاحب, انہوں نے آ کر یہ بات کہی ہے کہ دیکھیں رسول اللہ کو یہ بات سمجھ میں نہیں آئی تھی کہ عیسیٰ علیہ السلام وفات پا گئے. تو میں نے انہیں یہ بات کہی ہے کہ خان صاحب آپ ہمیں یہ بات کہہ رہے ہیں, مجھے کوئی ایک رسول اللہ صلی اللہ علیہ وسلم کی کوئی حدیث ضعیف روایت کوئی ایسی لا دیں جس میں انہوں نے یہ فرمایا ہو کہ عیسیٰ علیہ السلام زندہ ہیں اور آسمان کے اوپر ہیں. تو میں ابھی اس براڈ کے اوپر آپ کے ساتھ ہوں, اور وہ گئے تھے ریفرنس لینے کے لیے اور یہ کچھ لے کے آئے ہیں, وہ ابھی دیکھ لیں آپ. آیا مسلمانوں سرکاریوں 10 سٹیانے ہوئے. اچھا مزے کی بات, عیسیٰ علیہ السلام قیامت کی نشانی, اللہ کو اور کوئی نشانی نہیں ملی, عیسیٰ دی قیامت دی نشانی دے دیتی ہے. بھئی عیسیٰ آنا ہے تو پھر کیا ہوتا ہے. ਅੱਛਾ ਮਲਕ ਸਾਹਿਬ, ਉਹ ਜ਼ਾਹਿਰ ਕਿ ਲੋਹੇ ਨੂੰ ਲੋਹਾ ਹੀ ਵੱਢਦਾ ਨਾ, ਤੇ ਤੁਹਾਡਾ ਮੁਕਾਬਲਾ ਕਰਨ ਵਾਸਤੇ ਬਿਹਤਰੀਨ ਆਦਮੀ ਸਨ, ਲੇਕਿਨ ਤੁਸੀਂ ਉਹਨਾਂ ਨੂੰ ਕੱਢ ਦਿੱਤਾ. ਤੇ ਉਹ میں کہہ رہا ہوں عامر نذیر صاحب ایک اور میری طرف سلوٹ قبول کریں کہ ہم نے انہیں نکالا ہے. ਨਹੀਂ وہ ਮੈਂ خود ਕਿਹਾ ਸ਼اید کہا ਤੁਸੀਂ رہے ہیں کہ ਉਹਨਾਂ ਨੂੰ ہمارا ٹائم ویسٹ نہ کرو, میں جا رہا ہوں. آپ نے کہہ رہے ہم نے انہیں نکالا ہے. اچھا وہ میں خود کہہ چلے رہے ہیں گئے. عامر نذیر صاحب, آپ جیسے دو قاضی ہو گئے نا پاکستان میں, تو ماشاءاللہ پاکستان بہت اعلیٰ کسی اس میں آ جائے, اعلیٰ مقام. ਸੌਰੀ, ਕਈ ਵਾਰੀ ਬੱਕਰਾ ਜਿਹੜਾ ਉਹ ਰੱਸਾ ਤੜਾ ਕੇ ਤੇ ਨਿਕਲ ਜਾਂਦਾ ਹੈ, ਤੇ ਕਈ ਵਾਰੀ ਬੰਦਾ ਜਿਹੜਾ ਕਮਰੇ 'ਚ ਬਾਹਰ ਆ ਜਾਂਦਾ. ਅੱਛਾ ਗੱਲ ਇਹ ਹੈ ਮਲਕ ਸਾਹਿਬ, ਉਹ ਸਵਾਲ ਉੱਥੇ ਹੀ ਪਿਆ, ਉਹਨੂੰ ਹੱਲ ਕਰ ਦਿਓ. ਬਈ ਇਹ ਸੱਜੇ ਪਾਸੇ ਕੁਰਾਨ ਪਾਕ ਪਿਆ ਤੇ ਖੱਬੇ ਪਾਸੇ ਇੱਕ ਬੰਦਾ ਖਲੋਤੇ ਹੈ, ਉਹ ਕਹਿੰਦਾ ਕੁਰਾਨ ਦੇ ਜਿਹੜੇ ਮਾਨੀ ਮੈਂ ਬਿਆਨ ਕਰਾਂਗਾ ਉਹ ਸਹੀ ਹੋਣਗੇ. ਮੈਨੂੰ ਅੱਲਾ ਦੀ ਕਸਮ ਹੈ, ਮੇਰੇ ਤੇ ਕੁਰਾਨ ਦੇ ਉਹ ਮਾਨੀ ਤੇ ਮਾਰਫ ਖੋਲੇ ਗਏ ਨੇ ਕਿ ਸਾਰੀਆਂ ਰੂਹਾਂ ਉੱਤੇ ਮੈਨੂੰ ਗਲਬਾ عطا ਕਰ ਦਿੱਤਾ ਗਿਆ. ਤੁਹਾਡੇ ਪਾਸੇ, ਤੁਹਾਡੇ ਦੁਬਈ ਜਾਂ ਤੇ ਉੱਥੇ ਵੀ ਤੁਸੀਂ ਸੱਜੇ ਪਾਸੇ ਕੁਰਾਨ ਪਾਕ ਧਰ ਕੇ ਬੈਠੇ ਹੋ, ਤੇ ਤੁਹਾਡੇ ਵੀ ਖੱਬੇ ਪਾਸੇ ਇੱਕ ਬੰਦਾ ਖਲੋਤੇ ਹੈ. ਹੁਣ ਨਾ ਤੁਸੀਂ ਉਸ ਬੰਦੇ ਦੀ ਮੰਨਦੇ ਹੋ, ਨਾ ਮੈਂ ਇਸ ਬੰਦੇ ਦੀ ਮੰਨਣਾ. ਵਕਾਸ ਸਾਹਿਬ ਜਿਹੜੇ ਨੇ, ਇਹਨਾਂ ਦੇ ਕੋਲ 2-3 ਬੰਦੇ ਖਲੋਤੇ ਨੇ, ਐਪੀ ਸਾਹਿਬ ਤੇ ਵਕਾਸ, ਇਹਨਾਂ ਦੇ 2-2 ਬੰਦੇ ਸੱਜੇ ਖੱਬੇ ਖਲੋਤੇ ਨੇ. ਉਹ ਆਂਦੇ ਨੇ ਕੁਰਾਨ ਅਸੀਂ ਸਮਝਾਏ. ਹੁਣ ਫੈਸਲਾ ਸਿਰਫ ਇੰਨਾ ਕਰਾਉਣਾ ਸੀ ਜਿਹਦੇ ਤੋਂ ਤੁਸੀਂ ਗੱਲ ਸੁਬਹ ਸ਼ੁਰੂ ਕੀਤੀ ਸੀ, 3 ਘੰਟੇ ਹੋ ਗਏ ਨੇ. ਬਈ ਕੁਰਾਨ ਕਰੀਮ ਨੂੰ ਖੁਦ ਸਮਝ ਲਾਂਗੇ ਜਾਂ ਉਹ ਜਿਹੜੇ ਬੰਦੇ ਕਸਮਾਂ ਚੁੱਕਦੇ ਨੇ ਪਏ ਉਹ ਉਹਨਾਂ ਦੀ ਗੱਲ ਤੇ ਗੌਰ ਕਰੀਏ, ਇਹ ਦੱਸ ਦਿਓ ਬਸ. عامر صاحب, آپ لوگوں کا وتیرے یہ ہے
جواب پر آپ اشغال نہیں کرتے یا اعتراض نہیں اٹھاتے، آپ سوال ریپیٹ کرنے آپ کے آ جاتا ہے کہ جو میں نے جواب دیے ہیں ان کے اوپر آپ اشغال اٹھاؤ یا اعتراض اٹھاؤ، یہ جواب غلط ہے بھائی۔ ہمیشہ دنیا کا کوئی کام سرکاری مسلمان کرے گا، جواب سن کر اس پر اعتراض نہیں اٹھائے گا، بلکہ سوال ریپیٹ کر دے گا، جی مجھے جواب نہیں ملا، یہ ریپیٹ کر دو سوال۔ میں نے آپ کو جواب دیا ہے دونوں طریقے سے۔ اوکے اگر آپ کی ڈسک نئی ہے، جدید ہے، اس میں کوئی آپ نے فیلنگ نہیں کی ہوئی، تو آپ کے پاس علم ہے تو قرآن کو پڑھو ایمانداری کے ساتھ، آپ اس وہ فیڈ کر لو، آپ بالکل قرآن کے معنی سمجھو گے۔ قرآن بہت آسان ہے، ملائی آؤ۔ اگر قرآن کا اسلوب آپ کو سمجھ لگ گیا ہے کہ قرآن کو کیسے سمجھنا ہے، تو آپ آسانی سے، کسی کی ضرورت ہی نہیں ہے، آپ وہ ڈسک کے اندر قرآن کی تعلیم فیڈ کر لو اور ساتھ میں لکھتے جاؤ کہ جہاں پر میری انڈرسٹینڈنگ بدلی ہوگی، مجھے نئی چیز انڈرسٹینڈ ہوگی، پرانی کو میں ڈیلیٹ کر دوں گا، یہ نئی فیڈ کر دوں گا۔ یہ لکھتے جاؤ ڈسک کے اندر، ہر میننگ میں ساتھ آگے یہ بریکٹ میں لکھتے جاؤ۔ یہ تو ہوگی آپ کے پاس جو ڈسک نہیں ہے۔ جو آپ کی اور میری طرح ڈسک ہے، ہمیں باپ دادوں سے عقیدے ملے ہوئے ہیں، ہماری ڈسک کے لیے یہی ہے کہ جب کوئی اللہ کا نبی رسول آ جاتا ہے یا آ گیا ہے اتفاق سے ہمارے پاس یا ہم سے پہلے، اس کی تعلیمات بھی ہمارے پاس ہے، تو اس کو ہم قرآن سے ملاتے رہیں گے، ملائیں اور عقل سے تصدیق کریں۔ عقل کی تصدیق ضروری ہے۔ یہ بار بار ہر چیز کو اکیلا کر کر آپ بیان کر دیتے ہو، یہ ہمارا گناہ ہے، کیونکہ آپ علمی بندے ہو، ہم جاہل بندے۔ اس کو نبی رسول کی بات کو قرآن سے ملاؤ، وہ 100% حجت ہوگا، اور جو قرآن میں مطلب بتا رہا ہوگا وہ 100% وہی مطلب ہوگا، اس سے علیحدہ ہو ہی نہیں سکتا۔ اگر اچھا کوئی علیحدہ بتائے گا تو اس کا مطلب 100% ہی ہو گیا کہ وہ نبی رسول ہے ہی نہیں۔ اب چھوٹی ہر بات چیزوں کریں کو نا، ملاؤ تو آپ اب کو جواب 40 مل جائے گا۔ اب میں امید کروں گا کہ جو جواب میں نے دیے ہیں اس ہاں پر آپ کوئی سوال اٹھائیں گے، نہ کہ دوبارہ اپنا سوال ریپیٹ کر دیں گے۔ ٹھیک جی بتائیں جی۔ ملک صاحਬ ਹੁਣ 40-45 ਬੰਦੇ ਆ ਗਏ ਨੇ ਤੇ ਉਹਨਾਂ ਨੂੰ ਵੀ ਮੌਕਾ ਦਿਓ ਅੱਗੇ। ਤੇ ਅਸੀਂ ਮੈਂ ਤੇ ਤੁਸੀਂ ਦੋਵੇਂ ਸਾਂ, ਤੁਸੀਂ 15-15 ਮਿੰਟ ਵੀ ਲੈਕਚਰ ਦਿੱਤਾ ਹੈ, 10-10 ਮਿੰਟ ਵੀ ਮੈਂ ਚੁੱਪ ਕਰਕੇ ਸੁਣਦਾ ਰਿਹਾ, ਤੇ ਮੈਂ ਤੁਹਾਨੂੰ ਕਿਹਾ ਮੈਨੂੰ ਕੋਈ ਜਲਦੀ ਨਹੀਂ, ਲੇਕਿਨ ਹੁਣ ਮੈਨੂੰ ਬੁਰਾ ਪਿਆ ਲੱਗਦਾ ਹੈ। ਉਹ ਬੰਦੇ ਦੁਆਲੇ ਬੈਠੇ ਨੇ ਤੇ ਆਖਣਗੇ ਵੀ ਇਹ ਚੰਗਾ ਕੰਮ ਸ਼ੁਰੂ ਹੋ ਗਿਆ। ਮਿਹਰਬਾਨੀ ਕਰੋ ਤੇ ਥੋੜੀ ਮਦਦ ਕਰ ਦਿਓ ਵੀ ਜਿਹੜਾ MSR ਚੀਮਾ ਸਾਹਿਬ ਤੁਹਾਨੂੰ میں ہار گیا جی، آپ سے میں ہار گیا ہوں، میں ہار گیا ہوں۔ نہ کرو اب میں نہیں، یہ بات سے مار رہا ہوں کہ جو نہیں، میں نے جواب اللہ دیے ہیں صاحب، اس پہ آپ کو اعتراض ہے، اختلاف ہے، اللہ صاحب یہ تو ڈبل محنت دس رہے ہو تسی، مطلب کہ ڈبل محنت ہے کہ اپنی بھی محنت کرنی ہے۔ ਹਾਂ نہیں یہ تو مینوں ڈبل تسلیم کر لیے۔ ڈبل محنت مینوں تسی یہ دس رہے ہو کہ ایک تے بندہ خود محنت کرے، پھر دوسرے دی گل نو جڑا مدعی نبوت دی گل نو لے کے دونوں نو میچ کرے، او دا رزلٹ کڈے، پھر اونوں مننے کہ ٹھیک ہے۔ ਹਾਂ اے کی ہے؟ اے مطلب یہ کیڑا پیمانہ ہے، کیڑا معیار ہے؟ خود بھی محنت کرے۔ مزے کی بات سنے، اب اس بے وقوف کی بات سنے۔ تو اگے ہو جاؤ، اگے ہو تو میں تینوں دو ہاتھ لائے ادھر کرا۔ 2-3 ابھی عامر صاحب تو دو میں ਘੰਟੇ یہ بے وقوف کہتا ہے کہ جو قرآن میں بتاتا ہوں وہ میری بات سنو۔ اچھا تمہاری بات جب تم کرو گے وہ میں قرآن سے تصدیق دوبارہ کرنی ہے یا تمہاری بات اکیلی مان لوں؟ دسو بھائی بڑے میں نے کب، علامہ، میں کدو کیا ہے؟ میں آپ کو کہہ رہا ہوں جو بات آپ اپنی انڈرسٹینڈنگ قرآن میں پر کیا بیان کیوں کرتے ہے؟ ہو وہ سن لو۔ اب اور عامر نذیر نہ پڑھ، آپ جو انڈرسٹینڈنگ بیان کرتے ہو اس کی میں نے قرآن سے تصدیق دوسری بار کرنی ہے یا نہیں کرنی؟ دیکھیں آپ خود کہتے ہیں، بات سنیں نا، بات سنیں، آپ خود کہتے ہیں کہ اچھا جب میں کوئی بات کرتا ہوں، ایک منٹ نہیں نہیں بات سنیں نا، ابھی بات سنیں۔ سنو دو آنکھوں والا اچھا بات تو سنیں نا، آنکھ والے کو کانا کہتے ہیں، کانا۔ اچھا سن تو لے نا، سن تو لیں۔ جب میں کوئی بات کروں گا، اگر آپ کی عقل میں وہ بات آ جاتی ہے تو آپ کی عقل میں وہ بات آتی کیسے ہے؟ پھر اگر آپ کی عقل میں وہ بات آئی ہی نہیں تو پھر آپ تصدیق کے لیے جائیں گے نا۔ اگر میری بات کرنے سے آپ کی وہ بات، میری بات جو ہے وہ آپ کی عقل میں بیٹھ گئی ہے، اس کا مطلب ہے کہ آپ کی تصدیق ہو گئی ہے، اس کے لیے دوبارہ آپ کھولیں گے، دوبارہ جائیں گے۔ مجھے اجازت ہے، ہیپی صاحب آپ ہیں، یہ تو ڈبل میں ڈبل کراتا ہوں، ایک منٹ حوصلہ کرنا، ڈبل کرانا۔ نہیں، ہیپی بھائی تسی دسو کہ
हैप्पी साहब कोई बात जी। नहीं, तस्दीक के सामने फौजी भी मारने पे नहीं। नहीं नहीं, मेरा फौजी कोई है ही नहीं तल्ला साहब, मैं तो न्यूट्रल गल करने बता वाला दो, मैं बतावा। बताता नहीं है। आप जी, थोड़ा जी। आगे आ जाए। आप मुझे एक बात बताओ, एक बंदा कहता है मैं थोड़ा आगे आ जाएं, थोड़ा आगे। एक बंदा कहता है मैं प्रॉफिट हूँ, वो बंदा बात करता है मेरे लिए हुज्जत, उसको मैंने कुरान से मिलाना है या नहीं मिलाना? बिल्कुल मिलाना चाहिए तल्ला साहब। ऐ तो ये 2 बारी हो गया है, बनी इसराइल को बताओ ना, 2 बार होगी। हो गई ਤੁਹਾਡੀ ਗੱਲ? और रहन दे यार, ना मार यार। नहीं होगी गल होगी। एम्बुलेंस तलाश करनी है, कहती नहीं मुझे मुझे बताएं, नहीं मुझे बताएं, जब 2 + 2 = 4, सुन ले बात, सुन ले बात, सुने आमर नजीर ना बन तू। नहीं बात तो सुने ना। 2 + 2 4 होते हैं। अब कभी आपने ये देखा है कि इसकी तस्दीक जब आपकी अकल में हो गई है तो आप जाके मैथ की किताब खोलते हैं, उसमें देख रहे होते हैं कि 2 + 2 कहाँ पे लिखा है ये 4 होंगे? कभी देखा है आपने ऐसे? अभी आपका जब एक चीज, बात सुन लें, बात सुन लें, पूरी बात तो करने दे। नहीं बात पूरी करने ही नहीं दे रहे ना आप। नहीं करने दूंगा, जितनी बात होगी। 2 + 2 4 होते हैं, ये कौन सी किताब में लिखा है पहले मैं ये देखूंगा, वहां से मुझे मिलेगा हाँ 2 + 2 या 4 होते हैं, फिर में आएगा ना। किताब में तो Very जाना good. जरूरी है। Very किताब good, में नहीं तल्ला साहब। जाओगे तो फिर किताबें बनाई ही क्यों है? फिर रियाजी की मैथ की किताबें क्यों बनी हुई है भाई? फिर आप अपनी अकल से ही सब कुछ कर लो, किताबें क्यों बनाई है इन्हें? अगर तो तल्ला साहब को, वकास तल्ला साहब को तो अगर पता ही नहीं ना कि 2 + 2 4 है, तो फिर जब उनको पता चलेगा कि 2 ज 2 4 है तो वो हाँ उसकी अभी तस्दीक रुक के जाओ लिए ना। जाके खुद किताब कह में देखेंगे ना, फिर ही के वेरीफाई खुद होगा ना। कह के खुद ਹੀ ਫਸ ਗਏ ਨੇ। ਹੁਣ ਤੁਸੀਂ ਤੱਲਾ ਸਾਹਿਬ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਮੁਦਈਏ ਨਬੂਵਤ, ਉਹਨਾਂ ਦਾ ਦਾਅਵਾ ਨਬੂਵਤ ਦਿਖਾਓ, ਕਿਹੜੀ ਕਿਤਾਬ ਵਿੱਚ ਲਿਖਿਆ ਹੈ? 86 ਕਿਤਾਬਾਂ ਨੇ ਉਹਨਾਂ ਦੀਆਂ, 86 ਦੇ ਵਿੱਚੋਂ ਇੱਕ ਕਿਤਾਬ ਦੇ ਵੀ ਦਿਖਾ ਦਿਓ ਜਿੱਥੇ ਉਹਨਾਂ ਨੇ ਦਾਅਵਾ ਕੀਤਾ ਹੋਵੇ, ਜਿਨ੍ਹਾਂ ਨੂੰ ਤੁਸੀਂ ਸਾਰਾ ਦਿਨ ਕਹਿੰਦੇ ਹੋ कि वो सच्चे सच्चे सच्चे। दें उनकी दलील तहरीर उनकी दिखाएं जिसमें उन्होंने दावा किया हो, या कहना छोड़ दें आप, लाएं वो किताब। फस गई जान शिकंजे अंदर तल्ला साहब, जिवें ये देखो, बेलने मदद दे कर विच लो। गन्ना जिंदगी में याद रखो, एक अपनी बात बताओ, मैं फंसता नहीं। जिंदगी में नहीं, बाद में याद रखेंगे। सुन लो। नहीं 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 रौला पाओ नहीं, ना ना ना, जिंदगी एक किराए का घर है, हाँ, बस एक ना एक किराए का दिन घर ही बदलना लेगा। पड़ेगा। वो हर बंदा किराए दे घर। मुझे उनकी 86 किताबों में से एक किताब से तहरीर सिर्फ ला दें जिसमें उन्होंने दावा किया हो, या उनको कहना छोड़ दें। एक मिनट, आप हैप्पी साहब हैं? जी जी तल्ला है ये पागल हो गए इनका दिमाग। मैंने मिर्जा साहब का नाम भी लिया है कभी पूरी गुफ्तगू में। नहीं नहीं तल्ला साहब, इसको बिल्कुल नहीं दुनिया की कोई बात कर लो, जवाब है मिर्जा साहब को सच्चा साबित करो। नहीं, तस्दीक की बात हो रही है ना, बात तस्दीक की हो रही है, तहरीर की तस्दीक। ओ सुन ला, तस्दीक तेरी। कभी किसी नबी रसूल के इनकार करने वाला उसकी तस्दीक करेगा कि ये अल्लाह का नबी है? वो तो इनकार कर रहा है, आप उनको नहीं हाँ तो आप दिखा दें, मैं आपके साथ हूँ तल्ला साहब, मैं बताता हूँ। एक मिनट हैप्पी साहब, मैं आपके साथ हूँ, अगर आप तहरीर दिखा दें। और सुन ले हैप्पी साहब, आप हमें हैं। जी जी जी। है। आपने सिर्फ अपने इल्म का नहीं बताना जो आपका अकीदा है, वो आपने मुसलमानियत पर सिर्फ बात करनी है जो आपको मालूम है अच्छे से। मुझे ये बात बताएं कि नबी रसूल जो हम आम फहम मुसलमान हैं, आम फहम, उनका क्या अकीदा होता है? नबी रसूल कौन होता है? वो उसका काम क्या होता है? जी बताइएगा। अल्लाह का पैगाम देना या खबर देना। लो जी हैप्पी साहब, हुणे गल्लां आ गईयां ने, तहरीर खत्म, हर चीज खत्म, चुप कर। अकीदा दलील है। यार इसको खामोश कराओ ना यार। एक मिनट है बात ये है हैप्पी साहब, जी जी। मिर्जा साहब के हजार दावे दिखा दूं कि मैं गैब से, अल्लाह ने मुझे गैब की खबरें दी हैं और मैं तुम्हें आगे वो गैब की खबरें देता हूँ। ये गैब की खबरें लाने वाला और देने वाले को आम फहम मुसलमान क्या कहते हैं हैप्पी साहब? नबी रसूल कहते हैं तल्ला साहब। इन्हों लित्तर मारो, पालो लम्मा मारो, बस है दलील है, लित्तर मारो। नहीं इसकी तस्दीक
चले ये तो वकास होगी साहब, बात तलत साहब, एक मिनट रुक जाओ ना, रुक जाओ। हैप्पी साहब, अब मेरी बारी है ना, मेरी बारी है। हैप्पी साहब आप हम में मौजूद हैं? जी जी मौजूद है जी, मौजूद। अच्छा हैप्पी साहब, आप मुझे बताएं कि ये तो होगी आम फहम बात, एक अकीदा जो कि राइज है, हाँ, इसकी कोई तस्दीक भी तो होगी ना, कोई असल होती है जहाँ से अकीदा राइज होता है? किताब जिस किताब से वो कर रहा है क्लेम की, हाँ, वो जो उनकी 86, रुक जाए, मैं नसर नहीं देंगा मलिक तल्लत अवान साहब, मैं नहीं भागने दूंगा। रुक जाए आप, रुक जाए सब, नहीं, बाद में अपनी टर्म में, अपनी टर्म में। दो लफ्ज अब हैप्पी साहब किताब जी में जी नहीं जाना, तस्दीक करने के लिए बकौल बनी इसराइल दो बातें हो जाएंगी, किताब में तो हमने अच्छा जानी ठीक नहीं है है ना, बकौल इनकी। ठीक है, मैं तो आप देखें, आपने तू जो हमने नहीं आ रहा असूल, किताब जो तस्दीक कर आपने जो असूल, मुझे अभी आपने मना जो कर रहा असूल था बनाया पागल है, मैंने, तू किताब रुक में जाए क्यों ना, जाना है? देखें आपका असूल है ना, अपनी गल तो आप ही फिर गए। आपका असूल है कि किताब में देखना है, तस्दीक उसकी लेनी है, फिर उस बात को मानना है। तो जब आपको पता तो चला तुम्हारा कि वो, असूल ये है या नहीं है? सुन ले यार, मेरे असूल की बात नहीं तुम्हारा हो असूल रही, ये है या मैंने नहीं है? आपको आपके असूल पे पकड़ा है ठीक जिस है, पे आप पूरा तेनू उतरते पता है नहीं मैं है। अगे की गल कीती थी, हुण मैं की कर रहा, मैं आप फर्ज जिस असूल पे पूरा नहीं उतरते, आपने वो असूल बनाया ही क्यों है? ये तो आपके अंदर नुक्स है ना, मेरे अंदर तो नुक्स नहीं है। अगर मेरे असूल पे बात करेंगे तो मैं उसकी आपको एक्सप्लेनेशन दूंगा, आप मुझे इसकी वजाहत दें कि जो उनका दावा है ही नहीं, आप उसको मानते क्यों हैं? कहाँ से लिया है वो दावा आपने? दिखाएं मुझे। आपने, अच्छा आपने तो चलो नहीं पढ़ी हुई, जिन्होंने पढ़ी हुई है उनको बोले दावा उनका लेके आ जाए, जिन्होंने उनकी अच्छा मैं किताबें आपको पढ़ी हुई हैं। मैं बताता हूँ, देखो देख तो पहले बताना नहीं है, बताना नहीं है, किताब से दिखाना है। ये देखो ये गल देख, देखे, बताना नहीं है तलत साहब, बातें 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 हम बहुत सारी सुनते आ रहे हैं पिछले, पीछे फंसा किवें हुन राम ना गल बातें हम बहुत सारी सुनते आ रहे हैं पिछले 3 साल से। हमें सिर्फ आपने ये दिखाना है कि उनका दावा है, फिर हम भी मान लेंगे, कोई मसला नहीं है, मानने में आप कोई ऐसा एतराज करो, नहीं है। आप ऐसा करो, अल्लाह को दिखाओ तो मैं अल्लाह को मानूंगा, दिखाओ अल्लाह आगे ना, आगे ना, कहाँ है अल्लाह, बन गए दिखाओ मुल्हद, अल्लाह का दावा कहाँ बन है? गए, किताबों में बन कोई गए दावा मुल्हद। किधर? अल्लाह का दावा लो, किधर है? मैं अल्लाह को बस दिखाओ मुझे अल्लाह का दावा। फंस गई जान शिकंजे अंदर, माटी जिगर माटी के में लड़ते लग नहीं गया, चिकना, मैं फंस गया। निकलदा मलक ना ਇਹਨਾਂ ਨੇ ਨਬੀ ਨੂੰ ਮੰਨਿਆ, ਨਾ ਇਹਨਾਂ ਨੇ ਅੱਲਾ अरे ਨੂੰ बस ਮੰਨਣਾ। करो यार, चलो बाहर छोड़ो फिर, कोई और गल करो। चलो आप अपनी बात जारी रखो यार। ਚਲੋ ਮਜ਼ਾਕ आमिर साहब से वो चलो। जे खान साहब आए ने दोबारा उन्हें गल करो। ਉਹ ਜਿਨ ਸਾਡੇ ਪਾਸੇ ਮਾਵਾਂ ਨਹੀਂ ਬੱਚੇ ਨੂੰ ਮਾਰਦੀਆਂ, ਉਹ ਕਹਿੰਦੀਆਂ ਨੇ ਉਹ ਕੋਈ ਬੰਦਾ ਜਿਹੜਾ ਖਰਾਬ ਹੋਵੇ ਕਿ ਤੂੰ ਉਹ ਬਣਨਾ ਹੈ, ਤੇ ਮਲਕ ਦਲਤ ਸਾਹਿਬ ਵਿਕਾਸ ਨੂੰ ਕਹਿੰਦੇ ਨੇ ਗੱਲ ਸੁਣ ਹੁਣ, ਅਮਨ ਨਜ਼ੀਰ ਨਾ ਬਣ ਤੂੰ, ਕਹਿੰਦੇ ਨੇ ਤੂੰ ਹੀ ਅਮਨ ਨਜ਼ੀਰ ਨਾ ਬਣ, ਗੱਲ ਸੁਣ। बत्ती चली गई और समझा आड़ियां खत्म हो गई ने भाई, आड़ियां उतरदियां तले खत्म हो गई। साहब खान साहब आए ने दोबारा उत्ते ਤੁਹਾਡੇ ਨਾਲ ਗੱਲ ਕਰਨ ਵਾਸਤੇ। ਖਾਨ ਸਾਹਿਬ ਅੱਗੇ जी ਗਏ खान ਨੇ, साहब फरमाए भाई, हुण केड़ी हदीस ले आए हो? ਹੁਣ ਲੱਭ ਗਏ ਨੇ पता नहीं कोई। अगर मिल भी जाए तो आप उसे नहीं तस्लीम करेंगे, नहीं खान साहब क़यामत तक आपको टाइम है, क़यामत की सुबह तक आपको टाइम है कि रसूल अल्लाह सल्लल्लाहु अलैहि वसल्लम, सुन ले बात, अभी आपने बड़े ज़ोर से आकर ये बात कही है, मैंने कहा क़यामत की सुबह तक आपको टाइम है कि रसूल अल्लाह सल्लल्लाहु अलैहि वसल्लम की कोई ज़ईफ़ी, कोई रवायत, कोई चीज़ ऐसी ला के बता दे जिसमें उन्होंने कहा हो कि ईसा अलैहिस्सलाम जिंदा आसमान पे मौजूद हैं। उनकी ज़िंदगी गुजरी है ना इतनी, अगर उन्होंने कहा हो तो मैं तौबा आपके सामने इस बराड के ऊपर इधर कर लूंगा अहमदियत से। क्या बात करते हैं आप? अगर अहमदियत से तौबा कर भी जाएंगे, हमारी सेहत पर कोई फर्क नहीं पड़ेगा। हाँ तो फिर आप दोज़ख रहने दें, ऐसी बातें ना देखिए करें। ना, दोज़ख जन्नत हमने खुद पर बच्चे ले जा पड़े। ਉੱਥੇ ਇਹਨਾਂ ਨੇ ਰੋਲਾ ਪਾ ਦੇਣਾ ਜੰਨਤ ਦੇ ਵਿੱਚ ਕਿ ਕਾਦੀਆਨੀ आ गए ने भाई थानू जन्नत मैं- बना के दियो। मैं ऐसे लोगों को इन्होंने लगाया हुआ है। देखें ये एक बात गधा- लेके आए थे, सुनो जी बात लेके आए थे, ये इधर आ, इन्होंने बड़ी आके बात जेड़ी है कि देखें जी रसूल अल्लाह सल्लल्लाहु अलैहि वसल्लम की जिंदगी गुजरी है, कुरान का उनको पता नहीं था, उन्होंने कहा है कहा है कि रसूल अल्लाह सल्लल्लाहु अलैहि वसल्लम वफात पा गए। मैंने कहा खान साहब ये बातें करनी और लोगों को ये रसूल अल्लाह का नाम लेकर ना लोगों को बेवकूफ़ बनाना छोड़ दें। मुझे आप बताएं, हम पागल हैं, हम बैठे हुए हैं माना, आप हमें बताएं रसूल अल्लाह का इरशाद कहाँ है कि ईसा अलैहिस्सलाम जिंदा आसमान पे मौजूद हैं।
कोई बताए छोड़ ना। दे इनको, तो ऐसे बात आप ना सुने करें ना, इनको। आप इनको एक सवाल सुन लें। हाजी साहब खान साहब, आप सवाल सुन लें, उसका जवाब दे दें। आपका अकीदा है कि ईसा अलैहिस्सलाम जिंदा आसमान पर हुए। आप अल्लाह ये जो सिर्फ कह रहे हैं ना कि अल्लाह का रसूल, अल्लाह और अल्लाह के रसूल की कुरान और हदीस से एक आयत दे दो कि उसमें जिक्र हो कि ईसा अलैहिस्सलाम आसमान पर हैं और हयात है। आपको पता लग गया है, ये आपको खबर इंटेलिजेंस ने दी है, CIA वालों ने दी है, FIU वालों ने, किसने दी है? अल्लाह ने नहीं बताई कुरान में, रसूल ने हदीस में नहीं बताई। ये खबर आपको पता कहाँ से लगी है? ये खोज हम लगा रहे हैं, आप वो खोज बता दो प्लीज। अब जवाब है मुझे, मैं ज्यादातर जवाब ये देने की- मेरे सवाल का जवाब देना है, खब्बे सज्जे में छाल नहीं मारन देनी। इसका सबसे जवाब पहले मुझे क्वार्टर मिनट चाहिए। मैं नज़ीर साहब से खिताब कर रहा हूँ। नज़ीर साहब, मेरा कारोबारी नंबर नोट कर लीजिए प्लीज़। आप वहाँ पे अपना व्हाट्सअप छोड़िएगा, नंबर लिख लें, मैनचेस्टर का है 0161 232 ਖਾਨ ਸਾਹਿਬ 80। ਉਹ ਮਸਰੂਫ ਨੇ, ਸੁਣ ਨਹੀਂ ਰਹੇ। ਤੁਸੀਂ ਵਿੱਚ ਆਪਣੀ ਕਿ ਮੈਂ ਆਖਾਂ ਯਾਰ ਲੁੱਚ ਲੁੱਚ ओ यार थल्ले टाइप कर दो ना, कमेंट दे टाइप कर दो। सारे तो छोड़ो, चलो मैं मेरी हद का मैं कर लवांगा। उनको डायरेक्ट इनबॉक्स कर दें। ओके, हम चल दिए। सलाम अलैकुम, बाय बाय, खुदा हाफिज। हम एक दूसरे को शूट नहीं करते इस मौजू पे। वालेकुम सलाम। अल्लाह दे जवाब दे दिया जी मुसलमानों। ਚਲੋ ਸਾਹਿਬ, ਇਹਦੇ ਵਾਸਤੇ ਤੁਹਾਨੂੰ ਫੀਡਰ ਰੱਖਣਾ ਪਏਗਾ ਗੋਲ, ਬਹੁਤ ਜਲਦੀ ਨਾਰਾਜ਼ ਹੁੰਦਾ। अल्लाह दे वाले, अल्लाह दे वाले। यार उसने बात की है कि अगर खान साहब आगे आप अमन नज़ीर साहब को मुखातब कर रहे हैं, लेकिन उनका रिस्पांस तो सुने ना कि वो सुन रहे हैं नहीं सुन रहे, वो उधर मौजूद नहीं है। हाँ, वो मौजूद नहीं है। क्यों बताइए, यही बात क्या है? चले जी, एक अहमदी का हकीकी मुसलमान जवाब देने लगा है, जी कुरान या हदीस से कोई कुरान की आयत दे दो या हदीस दे दो कि ईसा अलैहिस्सलाम जिंदा हैं और आसमान पर हैं। जी हाजी साहब, खान साहब, अल्लाह दे हवाले। यार मैं यार नहीं मैं आ गया, सुनो फिर आ गया, आपने मुझे याद किया तो दोबारा आ गया हूँ। अगर मैं कुरान की हदीस की बात करूँगा तो वो आपको हीर रांझा की किताब लगेगी, क्योंकि आपका ईमान उठ इसलिए गया आपने है। बतानी नहीं आपका है। ईमान उठ गया है कुरान से, हाँ, हदीस उठ से। गया है, तो इसलिए नंबर आपने 2 कुरान की आयत बतानी नहीं। नंबर टू नज़ीर साहब की पिक्चर लगी हुई है, वो हैं जाने से पिक्चर स्क्रीन से गायब हो जाती है, जाने की हो जाती है। तला साहब, वो खान साहब अभी वो कह रहे हैं फिरके कि मैं नज़ीरिया तो मसरूफ लग रहे हूँ। हैं। ये फिरके नज़ीरिया तो लग रहे हैं। चलो ठीक है जी, मैं ये कुरान की आयत और वो हदीस खान नहीं, साहब वो एक इसका जवाब है नज़ीर साहब से पूछ लें, हमें नज़ीर साहब कम से अज पूछ लें। कम मलिक साहब आप बात तो सुलझी हुई करते हैं ना, बिलीव मी, ये मुझे मानना पड़ेगा। आपकी गुफ्तगू सुनने के काबिल तकरीबन है। बेशक हदीस और कुरान में हमारा इख्तलाफ हो जाता है, लेकिन ये जो साहब नीचे में है, ये पंजाबी में कहते हैं फटिया ढोल, ये फटे ढोल है, पीपी पास था मिडिल फेल, ये है प्राइमरी से पास मिडिल फेल। किसकी बात कर रहे हैं, बताएं तो। हम चल दिए हमें असली तला साहब मुसलमानों को सलाम, कादियानियों के लिए कादियानियों के लिए उन्हें लीव करना कोई नहीं जानता। जाएं आप जाएं, कोई बात करनी नहीं है, आप तो जाएं, फिर फटिया ढोल जाना जाए, चला जाए यहाँ से। अगर उसको और बात 2 नहीं मिनट बाद कहना मैं हमारा चले। टाइम बताया करें। मैंने लीव करना नहीं आता। तुमका भी वही हाल है, नाम मिर्जा साहब क्या करने आए। तो वही हाल है, लेकिन ओ सुनो ए अन्नी दियो पुत्रो सुनो, मुझे नहीं आता निकल करना कोई भी जा मुझे नहीं आता। चल दफा हो जा, आके नो नहीं दिया। मैं साहब तुम कितनी बारी कह रहे हैं कि इस तरह की जो गाने करते जो को फटिया ढोल ते मरदइयां कहानियां सुना दिया लोगों ਨੂੰ। मरदइयां वाली गल हुण कित्ती आ, मरदइयां वाली गल अन्नी दिया ਅੱਛਾ ਚਵਲ ਨਾ ਮਾਰ, ਕੋਈ ਘੰਟਾ ਹੋ ਗਿਆ ਤੈਨੂੰ ਪੁੱਛਣ ਡਏ ਨੇ ਤੇ ਤੈਨੂੰ ਕੋਈ ਗੱਲ ਨਹੀਂ ਆਉਣ ਡਈ, ਕੋਈ ਤੈਨੂੰ ਫੇਕਣ ਕਰਨ ਡਿਆ। ਨਾ ਯਾਰ ਉਹ ਕਹਾ ਭਾਈ ਇਹ ਸੁਣਾਣਾ ਨਹੀਂ ਹੈ, ਸਬਰ ਕਰੋ ਸਬਰ धक्के करो। हो ਵੱਡਾ ਮੁਸਲमान लगा फिरदा। ना घर के ना आमर घाट के नजीर से बात करने है के तो लिए हमारी आया हूँ, हालत। आमर नजीर से बात करने के लिए मौका दे सकते हैं मलिक साहब?
जी बात करें जी कर, लेकिन इज्जत एहतराम के दायरे में ਓ वो ਯਾਰ हमारे ਇਹਨੂੰ ਲਾਓ मेहमान हैं। ਥੱਲੇ ਯਾਰ, ਇਹਦੇ ਕੋਲ ਕੋਈ ਗੱਲ ਨਹੀਂ, ਐਵੇਂ ਛਣਕਣਾ ਕੋਈ ਜਾਂਦਾ ਬੈਠਾ ਫਿਰਦਾ ਰਹਿਣ ਦੋ तो यार ਯਾਰ खिलौना ਤੁਹਾਨੂੰ ਖਿਡੌਣਾ ਮਿਲਿਆ ਨਾ ਖੇਲੋ ਤੁਸੀਂ। मैं अमन नजीर से बात करने के लिए आया हूँ, अमन नजीर पीछे चले गए हैं यार, ये कोई गलत बात है। चले चलो गए। पीछे चलेंगे, वो नहीं बात करना चाह रहे होंगे ना, उनकी मर्जी है। और भज ही गया अमन नजीर है जे ਤੁਹਾਡਾ ਮੋੜ ਵੀ ਮੈਨੇ ਜੋਗਾ ਹੀ ਨਹੀਂ ਹੈ ਕੋਈ ਵੀ, ਤੇ ਮਰਜ਼ੀ ਉਹਨਾਂ ਦੀ ਕੀ। ਨਹੀਂ ਨਹੀਂ ਅੱਜ ਜਿਹੜਾ ਨਾ ਮਲਕ ਸਾਹਿਬ ਮੈਂ ਈਦ ਮੁਬਾਰਕ ਮੈਂ ਕਹਿਣਾ ਸੋਚਿਆ ਸੀ, ਅੱਜ ਦੁਬਾਰਾ ਈਦ ਦਾ ਦੂਸਰੀ ਦਿਨ ਵਾਰੀ ਹੈ, ਅੱਜ ਸਾਡੀ ਈਦ ਮੈਂ ਸੀ। ਸੋਚਦਾ ਸਾਂ ਅੱਜ ਈਦ ਦਾ ਦਿਨ ਹੈ ਤੇ ਮਲਕ ਖਾਨ ਸਾਹਿਬ ਲਿਆਣਗੇ ਕੋਈ ਹਦੀਸ, ਲੇਕਿਨ ਉਹ ਖਾਨ ਸਾਹਿਬ ਵੀ ਕੋਈ ਗੱਲ ਨਹੀਂ ਨਿਕਲੀ ਵਿੱਚੋਂ। ਖਾਨ ਸਾਹਿਬ ਵੀ ਐਵੇਂ ਛਣਕਣਾ ਵਜਾਣ ਦੇ, ਤੁਸੀਂ ਖਾਨ ਦੂਜੇ ਵਜਾਉਂਦੇ ਨੇ ਸਾਹਿਬ ਤੋਂ ਛਣਕਣਾ ਹਰ ਥੋੜੀ ਦੇਰ ਬਾਅਦ ਨਾਰਾਜ਼ ਕਰ ਦਿੰਦੇ ਹੋ। ਖਾਨ ਸਾਹਿਬ ਥੱਲੇ ਨਾਰੇ ਲੱਗਣਾ, ਜੁੱਤਾ ਮਾਰਨ ਦੇ ਨੇ ਖਾਨ ਸਾਹਿਬ। ਥੱਲੇ ਨਾਰੇ ਲੱਗਣਾ ਸ਼ੁਰੂ ਹੋ ਗਏ ਜਮਾਤ ਦੇ। ਸਾਰੇ ਦੇ ਲੱਗਣੇ ਹੀ ਲੱਗਣੇ ਨੇ, ਜਦੋਂ ਇਹਨਾਂ ਦੇ ਕੋਲ ਜਵਾਬ ਹੀ ਕੋਈ ਨਹੀਂ, ਕੋਈ ਨਾਰੇ ਮਾਰੋ ਸਾਰੇ ਜਣੇ ਥੱਲੇ, ਐਮ ਜ਼ਿੰਦਾਬਾਦ ਲਿਖੋ ਸਾਰੇ ਜਣੇ, ਸਾਰੇ ਕੋਈ ਬੰਦੇ ਐਮ ਦੀ ਜ਼ਿੰਦਾਬਾਦ ਕੋਈ ਲਿਖੋ। ਜਿੱਤੇ ਨਵੇਂ ਹਰੇ, ਇਹ ਥੱਲੇ ਵਾਲਿਆਂ ਦੇ 5 ਖਰੇ ਨੇ, ਕੁਝ ਵੀ ਹੋ ਜਵੇ ਨਾਰਾ ਲਾ ਦੋ। ਨਹੀਂ ਵਿਕਾਸ ਬੜੀ ਪਤਾ ਗੱਲ ਕੀ ਹੈ। ਵਿਕਾਸ ਪਤਾ ਕਿ ਗੱਲ ਕੀ ਹੋ ਰਹੀ ਸੀ, ਗੱਲ ਇਹ ਸੀ ਕਿ ਉਹ ਲਾਈਟ ਹੋ ਰਹੀ ਸੀ, ਉਹਨਾਂ ਨੇ ਆਣ ਕੇ ਵਾਲੇਕੁਮ ਉਹਨਾਂ ਨੇ ਆਣ ਕੇ ਰਸੂਲ ਅੱਲਾਹ ਦਾ ਨਾਮ ਲੈ ਕੇ ਤੇ ਕਹਿੰਦੇ ਨੇ ਕਿ ਤੁਸੀਂ ਪਾਗਲ ਹੋ, ਰਸੂਲ ਅੱਲਾਹ ਨੇ ਇਹ ਗੱਲ ਕਦੇ ਕੀਤੀ ਹੀ ਨਹੀਂ। ਉਹ ਬਾਈ ਜਿਹੜੀ ਤੂੰ ਸਾਨੂੰ ਸਮਝਾਣ ਨੇ, ਤੂੰ ਦੇ ਦੱਸ ਨਾ ਸਾਨੂੰ ਕਿੱਥੇ ਕੀਤੀ ਹੈ ਉਹਨਾਂ ਨੇ ਕਿ ਉਹ ਅਸਮਾਨ ਤੇ ਮੌਜੂਦ ਨੇ, ਉਹ ਦੱਸੋ ਕਿੱਥੇ ਹੈ। ਜੀ ਸਰ ਆਇਤਾਂ ਨੋਟ ਕਰੋ ਜਿਹਨੂੰ ਹਵਾਲਾ ਚਾਹੀਦਾ ਕੁਰਾਨ ਚੋਂ ਕਿ ਈਸਾ ਅਲੈਹ ਸਲਾਮ ਕਤਲ ਹੋਏ ਨਹੀਂ, ਆਸਮਾਨ ਤੇ ਉਠਾਏ ਗਏ ਨੇ, ਆਇਤਾਂ ਨੋਟ ਕਰੋ, ਉਹ ਘਰ ਜਾ ਕੇ ਜ਼ਰੂਰ ਪੜ ਲੈਣਾ, ਬਹਿਸ ਨਾ ਕਰੋ ਫਜ਼ੂਲ। ਇਹ ਗੱਲ ਹੁਣ ਕੋਈ ਸਹੀ ਹੈ ਇਹ ਬੰਦਾ ਨਹੀਂ, ਅਸੀਂ ਉਹ ਨਹੀਂ ਚਾਹੀਦੀ, ਸਾਨੂੰ ਚਾਹੀਦੀ ਹੈ ਕਿ ਜ਼ਿੰਦਾ ਅਸਮਾਨ ਤੇ ਮੌਜੂਦ ਨੇ ਉਹ। ਹਾਂ ਹਾਂ ਜਨਾਬ ਦੱਸੋ ਜੀ। ਜਿੰਦਾ ਆਸਮਾਨ ਤੇ ਮੌਜੂਦ ਇੰਜ ਹੀ ਲਿਖਿਆ ਹੈ। लेकिन एक गल मनो भरा, गल सही समझी, ਅਸੀਂ ਇਹੀ ਕਹਿ ਰਹੇ ਹਾਂ ਕਿ ਉਹਨਾਂ ਦਾ ਕਤਲ ਹੋਇਆ ਹੈ। ਵਾਹ ਜੀ ਵਾਹ, ਗੱਲ ਸਹੀ ਸਮਝਿਓ ਤੁਸੀਂ। ਕਿੰਨੇ ਕਿਹਾ ਕਤਲ ਹੋਇਆ? ਅਸੀਂ ਇਹੀ ਕਹਿ ਰਹੇ ਹਾਂ ਨਾ, ਤੁਸੀਂ ਕਹਿ ਰਹੇ ਹੋ ਜਾਂ ਉਹਨਾਂ ਦਾ ਕਤਲ ਹੋਇਆ ਜਾਂ ਉਹਨਾਂ ਨੂੰ ਅੱਲਾਹ ਨੇ ਅਸਮਾਨ ਤੇ ਉਠਾਇਆ। ਮੈਂ ਤਾਂ ਨਹੀਂ ਕਿਹਾ ਜਾਂ ਉਹਨਾਂ ਦਾ ਕਤਲ ਹੋਇਆ, ਤੁਹਾਨੂੰ ਮੇਰੇ ਹਾਲ ਚ ਗਲਤ ਸੁਣੀ। ਅਸੀਂ ਕਿਹਾ ਕਿ ਉਹਨਾਂ ਦਾ ਕਤਲ ਹੋਇਆ, ਅਸੀਂ ਕਿਹਾ। ਭਾਈ ਤੁਸੀਂ ਕੌਣ ਹੋ? ਮੈਂ ਮਲਕ ਅਵਾਨ। ਤੇ ਤੁਸੀਂ ਕਿਹੜੀ ਗੱਲ ਕਰ ਰਹੇ ਹੋ? ਤੁਹਾਡੀ ਤੇ ਗੱਲ ਦੀ ਵੀ ਨਾ ਤੁਹਾਨੂੰ ਸਮਝ ਆਈ, ਇਹ ਗੱਲ ਦੀ ਨਾ ਤੁਹਾਡੀ ਗੱਲ ਦੀ ਸਮਝ ਆ ਰਹੀ। ਨਹੀਂ ਤੁਹਾਨੂੰ ਨਾ ਸਮਝ ਆਉਣ ਮੇਰਾ ਗੁਨਾਹ ਤੇ ਨਹੀਂ ਹੈ, ਤੁਹਾਡੇ ਹੀ ਗੁਨਾਹ, ਤੁਹਾਨੂੰ ਸਮਝ ਨਹੀਂ ਆਈ ਤੇ ਸਮਝੋ ਨਹੀਂ ਸਮਝ ਆਈ। ਤੁਸੀਂ ਨੇ ਕਿਹਾ ਹੈ ਗੱਲ, ਇਹ ਤੁਸੀਂ ਨੇ ਕੀਤੀ ਜਨਾਬ। ਮੈਂ ਤੁਹਾਨੂੰ ਆਇਤਾਂ ਦੇਣਾ, ਉਹਨਾਂ ਦਾ ਤੁਸੀਂ ਕਤਲ ਹੋਇਆ ਹੀ, ਅੱਲਾਹ ਨੇ ਉਹਨਾਂ ਨੂੰ ਅਸਮਾਨ ਤੇ ਉਠਾਇਆ ਹੈ। ਹਾਂ ਮੈਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਪਤਾ ਚੱਲ ਜਾਏਗਾ। ਅਸੀਂ ਕਹਿ ਰਹੇ ਹਾਂ ਫੌਤ ਹੋਏ, ਕਤਲ ਦਾ ਨਾ ਕਿਸੇ ਨੇ ਲਿਆ। ਚਲੋ ਤੁਸੀਂ ਆਇਤ ਨੋਟ ਕਰੋ ਨਾ, ਪਤਾ ਚੱਲ ਜਾਂਦਾ। ਅੱਛਾ ਵਾਸਤੇ ਹੀ ਤੁਸੀਂ ਕਹਿ ਰਹੇ ਹੋ ਕਿ ਉਹ ਫੌਤ ਹੋਏ ਨੇ, ਕਤਲ ਨਹੀਂ ਹੋਏ। ਤੁਹਾਡਾ ਕੋਈ ਨਵਾਂ ਫਿਰਕਾ ਦੁਨੀਆ ਮੈਂ ਤੇ ਬੜਾ ਆ ਗਿਆ। ਨਲਾਇਕ ਹਾਂ। ਪਹਿਲੀ ਆਇਤ ਜਿਸ लफ्ज़ ਮੈਨੂੰ याद आ गया, इतनी दफा दोहराई गई है, लेकिन वो ईसा अलैहिस्सलाम आसमान ते अजे भी नहीं पहुंचे। ਨਹੀਂ ਤੁਸੀਂ ਤੁਹਾਨੂੰ ਮਤਲਬ ਤੁਹਾਡਾ ਕੋਈ ਨਵਾਂ ਫਿਰਕਾ ਨਾਜ਼ਲ ਹੋਇਆ ਆਸਮਾਨ ਤੋਂ ਕਿ ਤੁਸੀਂ ਨਵੀਂ ਗੱਲ ਕੱਢਦੀ ਹੈ ਕਿ ਈਸਾ ਅਲੈਹਿਸਸਲਾਮ ਫੌਤ ਹੋਏ ਨੇ, ਨਾ ਕਤਲ ਹੋਏ ਨੇ, ਨਾ ਆਸਮਾਨ ਤੇ ਉਠਾਏ ਗਏ। मैं बिल्कुल, मेरा फिरका आसमान तो नवा। ਚਲੋ ਸਾਬਤ ਕਰੋ ਇਸ ਗੱਲ ਨੂੰ, ਕੁਰਾਨ ਚੋਂ ਸਾਬਤ ਕਰੋ, ਹਦੀਸ ਚੋਂ ਸਾਬਤ ਕਰੋ ਇਸ ਗੱਲ ਨੂੰ। किस गल नूं? ਕਿ ਈਸਾ मेरा ਅਲੈਹਿਸਸਲਾਮ फिरका ही ਫੌਤ नवा है, ਹੋਏ। मैं कुरान मेरा फिरका ही नवा है। कुरान ਉੱਥੇ की ਸਭ ਜਿਹੜੀ ਤੋਂ ਨਵੀਂ ਦਲੀਲ ਆਈ ਤੇ ਸੀ, ਨਵੀਂ ਮੈਂ ਫਿਰਕਾ ਕੁਰਾਨ ਦਲੀਲ ਕਿਹਨੂੰ ਤੇ ਸਾਬਤ ਕਰਾਂ? ਉਹ ਕੁਰ ਮੇਰੀ ਫਿਰਕਾ ਦਲੀਲ ਤੇ ਹੁੰਦਾ ਹੈ ਨਾ, ਦਲੀਲ ਤੋਂ ਬਗੈਰ ਤੇ ਨਹੀਂ ਫਿਰਕਾ ਹੁੰਦਾ। ਅਗਰ ਦਲੀਲ ਤੋਂ ਬਗੈਰ ਇਸਲਾਮ ਨੂੰ ਜ਼ਿੰਦਾ ਆਸਮਾਨ ਤੇ ਪਹੁੰਚਾਇਆ, ਇਹ ਕਿਹੜੀ ਦਲੀਲ ਨਾਲ ਪਹੁੰਚਾਇਆ ਨੇ? ਉਹ ਭਾਈ ਦਲੀਲ ਨਾ ਤੇ ਤੁਸੀਂ ਕਹਿ ਰਹੇ ਹੋ ਕਿ ਈਸਾ ਅਲੈਹਿਸਸਲਾਮ ਫੌਤ ਹੋਏ ਨੇ, ਉਹਦੀ ਦਲੀਲ ਕੀ ਹੈ ਤੁਹਾਡੇ ਕੋਲ? ਉਹ ਸਾਰੇ ਬੰਦੇ ਅਸੀਂ ਦਲੀਲ ਲੈ ਕੇ ਮਲਕ ਸਾਹਿਬ ਰੋਟੀ ਖਾਓ ਤੁਸੀਂ 1 ਮਿੰਟ ਪਾਈਆ ਕਿਹਦੇ ਨਾਲ ਗੱਲ ਕਰ ਰਹੇ ਹੋ ਨਾ, ਮੈਨੂੰ ਕਿਸੇ ਦੀ ਆਵਾਜ਼ ਹੀ ਨਹੀਂ ਆ ਰਹੀ ਵਿੱਚ। ਮੈਂ ਕਿਹਾ ਮਲਕ ਤਲਤ ਸਾਹਿਬ ਤੁਸੀਂ ਰੋਟੀ ਖਾ ਲਓ 1 ਮਿੰਟ ਪਾਈਆ ਦਲੀਲ